ਹੈਲੋ ਸਟੂਡੈਂਟਸ, ਸਿਕਿਉਰ ਫਿਊਚਰ ਅਕੈਡਮੀ ਵਿੱਚ ਤੁਹਾਡਾ ਸਵਾਗਤ ਹੈ। ਇੰਡੀਅਨ ਪੋਲਿਟੀ ਜੋ ਅਸੀਂ ਪੰਜਾਬੀ ਮੀਡੀਅਮ ਦੇ ਵਿੱਚ ਸੀਰੀਜ਼ ਸਟਾਰਟ ਕੀਤੀ ਸੀ, ਅੱਜ ਉਸ ਦਾ ਅਗਲਾ ਚੈਪਟਰ ਜੋ ਰਾਸ਼ਟਰਪਤੀ ਹੈ ਉਹ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ 3 ਕੁਐਸਚਨ ਜੋ ਬਹੁਤ ਹੀ ਇੰਪੋਰਟੈਂਟ ਹੈ, ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ, ਖਾਸ ਕਰਕੇ ਪੰਜਾਬ ਦੇ ਐਗਜ਼ਾਮ ਦੇ ਵਿੱਚ। ਸਭ ਤੋਂ ਪਹਿਲਾ ਕੁਐਸਚਨ ਹੈ ਹੈੱਡ ਆਫ ਦੀ ਕੰਟਰੀ, ਯਾਨੀ ਕਿ ਦੇਸ਼ ਦਾ ਮੁਖੀਆ ਕਿਸ ਨੂੰ ਕਿਹਾ ਜਾਂਦਾ ਹੈ? ਰਾਸ਼ਟਰਪਤੀ ਨੂੰ। ਉਸ ਤੋਂ ਬਾਅਦ ਅਗਰ ਗੱਲ ਕਰੀਏ ਹੈੱਡ ਆਫ ਦੀ ਐਗਜ਼ੀਕਿਊਟਿਵ, ਦੇਸ਼ ਦੀ ਕਾਰਜਪਾਲਿਕਾ ਦਾ ਮੁਖੀਆ ਕੌਣ ਹੈ? ਉਹ ਵੀ ਰਾਸ਼ਟਰਪਤੀ ਹੈ। ਦੇਸ਼ ਦਾ ਪਹਿਲਾ ਨਾਗਰਿਕ ਜਾਂ ਫਿਰ ਫਸਟ ਸਿਟੀਜ਼ਨ ਆਫ ਇੰਡੀਆ ਜਾਂ ਫਸਟ ਪਰਸਨ ਆਫ ਕੰਟਰੀ, ਇਹ ਵੀ ਕਿਸ ਨੂੰ ਕਿਹਾ ਜਾਂਦਾ ਹੈ? ਰਾਸ਼ਟਰਪਤੀ ਨੂੰ। ਹੁਣ ਹੈੱਡ ਆਫ ਦੀ ਐਗਜ਼ੀਕਿਊਟਿਵ ਦਾ ਮਤਲਬ ਇਹ ਹੈ ਕਿ ਦੇਸ਼ ਦਾ ਸਾਰਾ ਪ੍ਰਸ਼ਾਸਨ ਜੋ ਵੀ ਚੱਲਦਾ ਹੈ ਉਹ ਰਾਸ਼ਟਰਪਤੀ ਦੇ ਨਾਮ 'ਤੇ ਚੱਲਦਾ ਹੈ, ਪਰ ਐਕਚੁਅਲ ਦੇ ਵਿੱਚ ਜਿਹੜੀ ਪਾਵਰ ਹੁੰਦੀ ਹੈ ਉਹ ਪ੍ਰਧਾਨ ਮੰਤਰੀ ਅਤੇ ਉਸ ਦੀ ਮੰਤਰੀ ਪ੍ਰੀਸ਼ਦ ਦੇ ਕੋਲੇ ਹੁੰਦੀ ਹੈ, ਕਿਉਂਕਿ ਪ੍ਰਧਾਨ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਦੇ ਬਿਨਾਂ ਰਾਸ਼ਟਰਪਤੀ ਕਿਸੇ ਵੀ ਕੰਮ ਨੂੰ ਨਹੀਂ ਕਰ ਸਕਦਾ, ਪਰ ਉਸ ਦੇ ਸਾਈਨ ਤੋਂ ਬਿਨਾਂ ਵੀ ਕੰਮ ਨਹੀਂ ਹੁੰਦੇ। ਇਸ ਕਰਕੇ ਕਿਹਾ ਜਾਂਦਾ ਹੈ ਕਿ ਜਿਹੜਾ ਹੈੱਡ ਆਫ ਦੀ ਐਗਜ਼ੀਕਿਊਟਿਵ ਕੌਣ ਹੈ? ਰਾਸ਼ਟਰਪਤੀ, ਕਿਉਂਕਿ ਦੇਸ਼ ਦਾ ਸਾਰਾ ਪ੍ਰਸ਼ਾਸਨ ਜਿਹੜਾ ਉਹ ਰਾਸ਼ਟਰਪਤੀ ਦੇ ਨਾਮ 'ਤੇ ਚੱਲਦਾ ਹੈ। ਹੁਣ ਅਮਰੀਕਾ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਪ੍ਰਧਾਨਾਤਮਕ ਸਰਕਾਰ ਹੈ, ਅਗਰ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਸੰਸਦੀ ਸਰਕਾਰ ਹੈ। ਦੋਨਾਂ ਦੇ ਵਿੱਚ ਫਰਕ ਇਹ ਹੈ ਕਿ ਪ੍ਰਧਾਨਾਤਮਕ ਸਰਕਾਰ ਦੇ ਵਿੱਚ ਜੋ ਕਾਰਜਪਾਲਿਕਾ ਹੈ ਉਹ ਵਿਧਾਨਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਨਹੀਂ ਹੁੰਦੀ, ਪਰ ਸੰਸਦੀ ਸਰਕਾਰ ਦੇ ਵਿੱਚ ਕਾਰਜਪਾਲਿਕਾ ਹੈ ਉਹ ਵਿਧਾਨਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ। ਕਾਰਜਪਾਲਿਕਾ ਦਾ ਮਤਲਬ ਹੈ ਮੰਤਰੀ ਪ੍ਰੀਸ਼ਦ, ਵਿਧਾਨਪਾਲਿਕਾ ਦਾ ਮਤਲਬ ਹੈ ਪੂਰੀ ਦੀ ਪੂਰੀ ਸੰਸਦ। ਜੋ ਕਾਨੂੰਨ ਬਣਾਉਂਦੇ ਆ ਉਸ ਨੂੰ ਵਿਧਾਨਪਾਲਿਕਾ ਦੇ ਮੈਂਬਰ ਕਹਿੰਦੇ ਆ, ਜੋ ਕਾਨੂੰਨਾਂ ਨੂੰ ਲਾਗੂ ਕਰਦੇ ਆ ਉਸ ਨੂੰ ਜਿਹੜਾ ਹੈਗਾ ਕਾਰਜਪਾਲਿਕਾ ਦੇ ਮੈਂਬਰ ਕਹਿੰਦੇ ਆ। ਹੁਣ ਅਗਰ ਭਾਰਤ ਦੇ ਵਿੱਚ ਸੰਸਦੀ ਸਰਕਾਰ ਪਾਈ ਜਾਂਦੀ ਹੈ ਤਾਂ ਇੱਥੇ ਸਭ ਸ਼ਕਤੀਆਂ ਪ੍ਰਧਾਨ ਮੰਤਰੀ ਦੇ ਹੱਥਾਂ ਵਿੱਚ ਹੁੰਦੀ ਹੈ। ਜੇ ਪ੍ਰਧਾਨਾਤਮਕ ਸਰਕਾਰ ਦੀ ਗੱਲ ਕਰੀਏ ਜੋ ਅਮਰੀਕਾ ਦੇ ਵਿੱਚ ਪਾਈ ਜਾਂਦੀ, ਉੱਥੇ ਸਭ ਸ਼ਕਤੀਆਂ ਰਾਸ਼ਟਰਪਤੀ ਦੇ ਹੱਥ ਵਿੱਚ ਹੁੰਦੀ ਹੈ। ਪਰ ਸਾਡੇ ਜਿਹੜੇ ਰਾਸ਼ਟਰਪਤੀ ਜਿਹੜਾ ਹੈਗਾ ਉਹ ਨਾ ਮਾਤਰ ਦਾ ਮੁਖੀ ਹੈ, ਕਿਉਂਕਿ ਅਸਲੀ ਜਿਹੜੀ ਸ਼ਕਤੀ ਹੈ ਉਹ ਤਾਂ ਪ੍ਰਧਾਨ ਮੰਤਰੀ ਦੇ ਹੱਥ ਵਿੱਚ ਹੁੰਦੀ ਹੈ, ਪ੍ਰਧਾਨ ਮੰਤਰੀ ਅਤੇ ਉਸ ਦੀ ਮੰਤਰੀ ਪ੍ਰੀਸ਼ਦ ਦੇ। ਹੁਣ ਰਾਸ਼ਟਰਪਤੀ ਦੇ ਸਾਈਨ ਦੇ ਨਾਲ ਹੀ ਸਾਰਾ ਕੰਮ ਹੁੰਦਾ ਹੈ, ਤਾਂ ਇਸ ਕਰਕੇ ਰਾਸ਼ਟਰਪਤੀ ਨੂੰ ਰਬੜ ਦੀ ਮੋਹਰ ਵੀ ਕਿਹਾ ਜਾਂਦਾ, ਕਿਉਂਕਿ ਉਸਨੇ ਸਿਰਫ ਸਾਈਨ ਕਰਨੇ, ਇਸ ਕਰਕੇ ਉਹ ਕਿਹਾ ਜਾਂਦਾ ਕਿ ਐਗਜ਼ੀਕਿਊਟਿਵ ਜਿਹੜਾ ਵਰਕ ਉਹਦੇ ਨਾਮ 'ਤੇ ਹੀ ਚੱਲਦਾ ਹੈ। ਪਰ ਐਕਚੁਅਲ ਦੇ ਵਿੱਚ ਜੋ ਪਿੱਛੇ ਜੋ ਪਾਵਰ ਖੜੀ ਹੈ ਉਹ ਹੈ ਪ੍ਰਧਾਨ ਮੰਤਰੀ ਅਤੇ ਮੰਤਰੀ ਪ੍ਰੀਸ਼ਦ। ਅਗਰ ਗੱਲ ਕਰੀਏ ਭਾਰਤ ਦੇ ਰਾਸ਼ਟਰਪਤੀ ਦੀ ਤਾਂ ਸਥਿਤੀ ਜਿਹੜੀ ਇਸ ਦੀ ਹੈ ਉਹ ਇੰਗਲੈਂਡ ਦੇ ਰਾਜੇ ਜਾਂ ਰਾਣੀ ਵਰਗੀ ਹੈ। ਰਾਸ਼ਟਰਪਤੀ ਦੀ ਗੱਲ ਕਰੀਏ ਉਹ ਸੰਸਦ ਦਾ ਅੰਗ ਹੁੰਦਾ ਹੈ। ਕਿਉਂ ਹੁੰਦਾ ਹੈ? ਕਿਉਂਕਿ ਦੇਖੋ, ਲੋਕ ਸਭਾ ਅਤੇ ਰਾਜ ਸਭਾ ਸੰਸਦ ਦੇ 2 ਅੰਗ ਹੈ, 2 ਸਦਨ ਹੈ। ਲੋਕ ਸਭਾ ਅਤੇ ਰਾਜ ਸਭਾ ਜਦੋਂ ਕੋਈ ਬਿੱਲ ਪਾਸ ਕਰਦੀ ਹੈ ਤਾਂ ਜਿੰਨਾ ਚਿਰ ਉਹ ਸਾਈਨ ਨਾ ਹੋ ਜਾਣ, ਰਾਸ਼ਟਰਪਤੀ ਦੇ ਸਿਗਨੇਚਰ ਨਾ ਹੋ ਜਾਣ, ਉਦੋਂ ਤੱਕ ਉਹ ਐਕਟ ਨਹੀਂ ਬਣਦਾ। ਇਸ ਕਰਕੇ ਰਾਸ਼ਟਰਪਤੀ ਨੂੰ ਸੰਸਦ ਦਾ ਅੰਗ ਕਿਹਾ ਗਿਆ। ਪਰ ਰਾਸ਼ਟਰਪਤੀ ਲੋਕ ਸਭਾ ਦਾ ਮੈਂਬਰ ਜਾਂ ਫਿਰ ਰਾਜ ਸਭਾ ਦਾ ਮੈਂਬਰ ਨਹੀਂ ਹੁੰਦਾ। ਰਾਸ਼ਟਰਪਤੀ ਜਿਹੜਾ ਹੈਗਾ, ਬਸ ਇਹ ਜ਼ਰੂਰ ਰੱਖਿਓ ਯਾਦ ਕਿ ਅਗਰ ਸੰਸਦ ਦਾ ਅੰਗ ਪੁੱਛਿਆ ਜਾਵੇ ਤਾਂ ਉਹ ਜ਼ਰੂਰ ਹੁੰਦਾ, ਪਰ ਉਸ ਦਾ ਮੈਂਬਰ ਨਹੀਂ ਹੁੰਦਾ ਕਿਸੇ ਵੀ ਹਾਊਸ ਦਾ। ਠੀਕ ਹੈ, ਪਾਰਟ ਆਫ ਪਾਰਲੀਮੈਂਟ ਵੀ ਸਿਰਫ ਇਸ ਲਈ ਕਿਹਾ ਜਾਂਦਾ ਇਸ ਨੂੰ ਕਿਉਂਕਿ ਇਹਦੇ ਸਾਈਨ ਤੋਂ ਬਿਨਾਂ ਕੋਈ ਵੀ ਕਾਨੂੰਨ ਨਹੀਂ ਬਣਦਾ। ਹੁਣ ਅਗਰ ਗੱਲ ਕਰੀਏ ਰਾਸ਼ਟਰਪਤੀ ਦੀ ਚੋਣ ਵਿਧੀ, ਤਾਂ ਇਹ ਕਿੱਥੋਂ ਲਈ ਗਈ ਹੈ? ਇਹ ਆਇਰਲੈਂਡ ਤੋਂ ਲਈ ਗਈ ਹੈ। ਜੋ ਵੀ ਰਾਸ਼ਟਰਪਤੀ ਦੀ ਚੋਣ ਵਿਧੀ ਹੈ ਉਹ ਆਇਰਲੈਂਡ ਤੋਂ ਲਈ ਗਈ ਹੈ। ਰਾਸ਼ਟਰਪਤੀ ਦੀ ਚੋਣ ਹੁੰਦੀ ਕਿਸ ਤਰੀਕੇ ਦੇ ਨਾਲ? ਅਪ੍ਰਤੱਖ। ਅਪ੍ਰਤੱਖ ਇਲੈਕਸ਼ਨ ਉਸ ਨੂੰ ਕਹਿੰਦੇ ਆ ਜਿਸ ਵਿੱਚ ਜਨਤਾ ਦਾ ਕੋਈ ਰੋਲ ਨਹੀਂ ਹੁੰਦਾ ਵੋਟ ਪਾਉਣ ਦਾ, ਪਰ ਜਨਤਾ ਦੇ ਦੁਆਰਾ ਚੁਣੇ ਹੋਏ ਜਿਹੜੇ ਨੁਮਾਇੰਦੇ ਹੁੰਦੇ ਆ ਉਹ ਵੋਟ ਕਰਦੇ ਆ। ਸਮਾਨ ਅਨੁਪਾਤਕ ਪ੍ਰਣਾਲੀ, ਇਸ ਦਾ ਮਤਲਬ ਇਹ ਹੈ ਕਿ ਸਪੋਜ਼ ਕਰੋ ਕੋਈ 3 ਕੈਂਡੀਡੇਟ ਹੈ, ਪਹਿਲੇ ਕੈਂਡੀਡੇਟ ਨੂੰ ਅਗਰ ਮੰਨ ਲਓ ਕੋਈ MLA ਵੋਟ ਪਾ ਰਿਹਾ, ਪਹਿਲੇ ਕੈਂਡੀਡੇਟ ਨੇ A ਕੈਂਡੀਡੇਟ ਨੂੰ ਉਸਨੇ ਫਸਟ ਪ੍ਰੈਫਰੈਂਸ ਦੇ ਦਿੱਤੀ, ਸੈਕਿੰਡ ਕੈਂਡੀਡੇਟ ਨੂੰ ਉਸਨੇ ਸੈਕਿੰਡ ਪ੍ਰੈਫਰੈਂਸ ਦੇ ਦਿੱਤੀ ਅਤੇ ਥਰਡ ਕੈਂਡੀਡੇਟ ਨੂੰ ਜਿਹੜੀ ਹੈ ਉਹ ਥਰਡ ਪ੍ਰੈਫਰੈਂਸ ਦੇ ਦਿੱਤੀ। ਅਖੀਰ ਦੇ ਵਿੱਚ ਤਿੰਨੋਂ ਕੈਂਡੀਡੇਟ ਦੇ ਵਿੱਚ ਕੀ ਹੈਗਾ, ਜਿਸ ਦੀ ਵੋਟਾਂ ਸਭ ਤੋਂ ਘੱਟ ਹੋਣਗੀਆਂ ਉਸ ਦੀ ਵੋਟ ਉਹਨਾਂ 2 ਕੈਂਡੀਡੇਟ ਦੇ ਵਿੱਚ ਟਰਾਂਸਫਰ ਹੋ ਜਾਣਗੀਆਂ। ਠੀਕ ਹੈ, ਇਸ ਕਰਕੇ ਇਹਨੂੰ ਕਹਿੰਦੇ ਸਮਾਨ ਅਨੁਪਾਤਕ ਪ੍ਰਣਾਲੀ। ਉਸ ਤੋਂ ਬਾਅਦ ਜਿਹਦੇ ਕੋਲੇ ਹਾਫ ਨਾਲੋਂ ਜ਼ਿਆਦਾ ਵੋਟਾਂ ਦੋਨਾਂ 'ਚੋਂ ਮਿਲ ਗਈਆਂ, ਐਂਡ 'ਤੇ ਜਿਹੜੇ 2 ਰਹਿ ਗਏ ਸੀ ਉਹਨਾਂ ਵਿੱਚ ਹਾਫ ਨਾਲੋਂ ਜ਼ਿਆਦਾ ਜਿਹਦੇ ਕੋਲੇ ਹੋਈ, ਚਾਹੇ ਹਾਫ ਨਾਲੋਂ 1 ਹੀ ਵੱਧ ਹੋਵੇ, ਤਾਂ ਉਹ ਜਿਹੜਾ ਜਿੱਤੂ ਕਰਾਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਅਗਲੀ ਗੱਲ ਕਰੀਏ ਰਾਸ਼ਟਰਪਤੀ ਸੰਵਿਧਾਨ ਦੇ ਭਾਗ 5 ਦੇ ਵਿੱਚ, ਸੰਵਿਧਾਨ ਦੇ ਜਿਹੜੇ 25 ਭਾਗ ਹੋ ਚੁੱਕੇ ਅੱਜ ਤੱਕ, ਕਿਉਂਕਿ ਮੂਲ ਸੰਵਿਧਾਨ ਦੇ ਵਿੱਚ 22 ਭਾਗ ਸੀ, ਉਹਦਾ ਜਿਹੜਾ 5ਵਾਂ ਭਾਗ ਹੈ ਉਹਦੇ ਵਿੱਚ ਆਰਟੀਕਲ 52 ਤੋਂ ਲੈ ਕੇ 62 ਤੱਕ ਜਿਹੜੇ ਹੈਗੇ ਆ ਉਹ ਰਾਸ਼ਟਰਪਤੀ ਦੇ ਹੈ। ਅਗਰ ਗੱਲ ਕਰੀਏ ਸੈਂਟਰ ਗੌਰਮੈਂਟ ਦੀ ਤਾਂ ਉਹਦੇ 52 ਤੋਂ ਲੈ ਕੇ ਜਿਹੜੇ ਹੈਗੇ ਆ 100 ਤੇ 51 ਤੱਕ ਆਰਟੀਕਲ ਹੈ, ਲੇਕਿਨ 78 ਤੱਕ ਜ਼ਿਆਦਾ ਇੰਪੋਰਟੈਂਟ ਹੈ। ਬਾਕੀ ਵੀ ਸੈਂਟਰ ਨਾਲ ਰਿਲੇਟਡ ਹੈ, ਅਸੀਂ 1 ਬਾਏ 1 ਜਿਵੇਂ ਜਿਵੇਂ ਚੈਪਟਰ ਕਰਦੇ ਜਾਵਾਂਗੇ ਸਾਰੇ ਆਰਟੀਕਲ ਵੀ ਪੜ੍ਹਦੇ ਜਾਵਾਂਗੇ। ਹੁਣ ਅਗਰ ਗੱਲ ਕਰੀਏ ਰਾਸ਼ਟਰਪਤੀ ਦੀ ਚੋਣ ਵਿੱਚ ਸ਼ਾਮਿਲ ਕੌਣ ਹੁੰਦਾ ਹੈ, ਦੇਖੋ ਵੈਸੇ ਅਗਰ ਗੱਲ ਕਰੀਏ ਤਾਂ 2022 ਦੇ ਵਿੱਚ ਜਿਹੜੇ ਹੈ ਉਹ ਇਲੈਕਸ਼ਨ ਹੋਣਗੇ। ਹੁਣ ਰਾਸ਼ਟਰਪਤੀ ਦੇ ਨੋਮੀਨੇਸ਼ਨ ਚੱਲ ਰਹੀ ਹੈ। ਹੁਣ ਮੈਂ ਜਦੋਂ ਰਿਕਾਰਡ ਕਰ ਰਿਹਾ ਵੀਡੀਓ ਤਾਂ ਇਸ ਟਾਈਮ ਦੇ ਵਿੱਚ ਜਿਹੜਾ
ਇਲੈਕਸ਼ਨ ਪ੍ਰੋਸੈਸ ਜਿਹੜਾ ਸਟਾਰਟ ਹੋ ਰਿਹਾ, ਨੋਮੀਨੇਸ਼ਨ ਜਾਰੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈ ਇਲੈਕਸ਼ਨਸ ਹੋ ਜਾਣਗੇ, ਕਿਉਂਕਿ 25 ਜੁਲਾਈ ਨੂੰ ਜਿਹੜਾ ਹੈ ਉਹ ਪਹਿਲਾਂ ਵਾਲੇ ਜਿਹੜੇ ਰਾਸ਼ਟਰਪਤੀ ਸਾਡੇ ਰਾਮਨਾਥ ਕੋਵਿੰਦ, ਉਹਨਾਂ ਦੀ ਜਿਹੜੀ ਕਾਰਜਕਾਲ ਜਿਹੜਾ 5 ਸਾਲ ਦਾ ਪੂਰਾ ਹੋਣ ਵਾਲਾ ਹੈ। ਤਾਂ ਇਹ ਕਿਹਾ ਜਾਂਦਾ ਕਿ ਰਾਸ਼ਟਰਪਤੀ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਜੋ ਨੈਕਸਟ ਰਾਸ਼ਟਰਪਤੀ ਹੋਏਗਾ ਉਹ ਚੁਣਿਆ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਉਹ ਉਸ ਤਰੀਕ ਨੂੰ ਰਿਜ਼ਾਈਨ ਦੇਣਗੇ ਤਾਂ ਉਸ ਦਿਨ ਤੋਂ ਉਹਨਾਂ ਦਾ ਜਿਹੜਾ ਹੈਗਾ ਕਾਰਜਭਾਰ ਜਿਹੜਾ ਉਹ ਸੰਭਾਲ ਲੈਣਗੇ। ਜੇਕਰ ਗੱਲ ਕਰੀਏ ਰਾਸ਼ਟਰਪਤੀ ਚੋਣ ਵਿੱਚ ਕੌਣ ਕੌਣ ਸ਼ਾਮਲ ਹੁੰਦਾ ਹੈ, ਦੇਖੋ ਰਾਜ ਸਭਾ ਅਤੇ ਲੋਕ ਸਭਾ। ਅਗਰ ਰਾਜ ਸਭਾ ਦੇ ਮੈਂਬਰਾਂ ਦੀ ਗੱਲ ਕਰੀਏ ਅਤੇ ਲੋਕ ਸਭਾ ਦੇ ਮੈਂਬਰਾਂ ਦੀ ਗੱਲ ਕਰੀਏ, ਇਹਦੇ ਵਿੱਚ ਜੋ ਨੋਮੀਨੇਟ ਮੈਂਬਰ ਹੁੰਦੇ ਆ ਉਹ ਪਾਰਟੀਸਪੇਟ ਨਹੀਂ ਕਰਦੇ, ਠੀਕ ਹੈ ਜੀ। ਲੋਕ ਸਭਾ ਦੇ ਵਿੱਚ ਕਿੰਨੇ ਮੈਂਬਰ ਨੋਮੀਨੇਟ ਹੁੰਦੇ ਆ? 2। ਪਰ ਉਹ ਗੱਲ ਵੱਖਰੀ ਹੈ ਕਿ 104 ਕੌਂਸਟੀਟਿਊਸ਼ਨ ਅਮੈਂਡਮੈਂਟ ਦੇ ਆਧਾਰ 'ਤੇ ਜਿਹੜੇ ਉਹ 2 ਐਂਗਲੋ ਇੰਡੀਅਨ ਖਤਮ ਕਰ ਦਿੱਤੇ ਆ। ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰ ਨੋਮੀਨੇਟ ਹੁੰਦੇ ਆ? 12 ਹੁੰਦੇ ਆ। ਇਹ 12 ਅਤੇ ਲੋਕ ਸਭਾ ਦੇ ਜਿਹੜੇ 2 ਮੈਂਬਰ, ਇਹ 14 ਮੈਂਬਰ ਪਾਰਟੀਸਪੇਟ ਨਹੀਂ ਕਰਦੇ ਰਾਸ਼ਟਰਪਤੀ ਦੇ ਇਲੈਕਸ਼ਨ ਦੇ ਵਿੱਚ। ਬਾਕੀ ਸਾਰੇ ਮੈਂਬਰ ਜਿਹੜੇ ਸੰਸਦ ਦੇ ਆ ਉਹ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਦੇ ਆ। ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ, ਅਗਰ ਸ਼ੋਰਟ 'ਚ ਕਹਿਣਾ ਹੋਵੇ, ਕਿ ਸੰਸਦ ਦੇ ਸਿਰਫ ਚੁਣੇ ਹੋਏ ਮੈਂਬਰ, ਯਾਨੀ ਕਿ ਨਾਮਜ਼ਦ ਕੀਤੇ ਹੋਏ ਮੈਂਬਰ ਨਹੀਂ, ਸੰਸਦ ਦੇ ਸਿਰਫ ਚੁਣੇ ਹੋਏ ਮੈਂਬਰ, ਇਹ ਦੋਨੋਂ ਹੀ ਹਾਊਸ ਦੇ ਜਿਹੜੇ ਮੈਂਬਰ ਹੈ ਉਹ ਪਾਰਟੀਸਪੇਟ ਕਰਦੇ ਆ। ਉਸ ਤੋਂ ਬਾਅਦ ਹੋਰ ਕੌਣ ਪਾਰਟੀਸਪੇਟ ਕਰਦਾ? ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ। ਜਿੰਨੀਆਂ ਵੀ ਰਾਜ ਵਿਧਾਨ ਸਭਾਵਾਂ ਹੈਗੀਆਂ ਉਹਨਾਂ ਦੇ ਜਿਹੜੇ ਚੁਣੇ ਹੋਏ ਮੈਂਬਰ ਹੈ ਉਹ ਵੀ ਪਾਰਟੀਸਪੇਟ ਕਰਦੇ ਆ। ਦਿੱਲੀ ਪਾਂਡੇਚੇਰੀ ਦੀ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਵੀ ਇਸ ਵਿੱਚ ਸ਼ਾਮਿਲ ਹੈ। ਹੁਣ ਅਗਰ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਉਸ ਦੇ ਜਿਹੜੇ ਉੱਥੇ ਵੀ ਵਿਧਾਨ ਸਭਾ, ਭਾਵੇਂ ਉਹ UT ਹੈ ਸਾਡੀ ਹੁਣ, ਉਸ ਦੇ ਮੈਂਬਰ ਵੀ ਜਿਹੜੇ ਪਾਰਟੀਸਪੇਟ ਕਰਦੇ ਆ। ਪਰ ਇੱਕ ਗੱਲ ਯਾਦ ਰੱਖਣੀ ਹੈ, ਅਗਰ ਕਿਸੇ ਸਟੇਟ ਦੇ ਵਿੱਚ ਕੋਈ ਵਿਧਾਨ ਸਭਾ ਭੰਗ ਹੋ ਚੁੱਕੀ ਹੈ, ਕਹਿਣ ਦਾ ਮਤਲਬ ਉੱਥੇ ਕੋਈ ਸਰਕਾਰ ਨਹੀਂ ਹੈ, ਭੰਗ ਹੋ ਚੁੱਕੀ ਹੈ, ਰਿਜ਼ਾਈਨ ਦੇ ਚੁੱਕੇ ਹੈ, ਕੋਈ MLA ਨਹੀਂ ਉੱਥੇ, ਤਾਂ ਫਿਰ ਉਸ ਸਟੇਟ ਦੇ ਸਮਝ ਲਓ ਫਿਰ ਇਲੈਕਸ਼ਨ ਉਹਨਾਂ ਦੇ ਉਹ ਪਾਰਟੀਸਪੇਟ ਨਹੀਂ ਕਰ ਪਾਉਣਗੇ। ਅਗਲੀ ਗੱਲ ਕਰੀਏ ਤਾਂ ਰਾਸ਼ਟਰਪਤੀ ਦੀ ਚੋਣ ਵਿੱਚ ਜੋ ਮੈਂਬਰ ਹਿੱਸਾ ਨਹੀਂ ਲੈਣਗੇ। ਹੁਣ ਇਹ ਵੀ ਗੱਲ ਧਿਆਨ ਰੱਖਣ ਵਾਲੀ ਹੈ, ਦੇਖੋ ਰਾਸ਼ਟਰਪਤੀ ਦੇ ਦੁਆਰਾ ਰਾਜ ਸਭਾ ਦੇ ਵਿੱਚ ਭੇਜੇ ਗਏ 12 ਮੈਂਬਰ ਅਤੇ ਲੋਕ ਸਭਾ ਦੇ ਵਿੱਚ ਭੇਜੇ ਜਾਂਦੇ ਸੀ ਜਿਹੜੇ 2 ਮੈਂਬਰ, ਯਾਨੀ ਔਰ ਉਸ ਤੋਂ ਬਾਅਦ ਗੱਲ ਕਰੀਏ ਤਾਂ ਰਾਜਾਂ ਦੀਆਂ ਜਿਹੜੀਆਂ ਵਿਧਾਨ ਪਰਿਸ਼ਦ ਜਿਹੜੀਆਂ ਹੈਗੀਆਂ, ਯਾਨੀ ਕਿ ਦੂਸਰਾ ਹਾਊਸ ਜਿਹੜਾ ਰਾਜਾਂ ਦੇ ਵਿੱਚ ਹੁੰਦਾ। ਜੇ ਪੰਜਾਬ ਦੇ ਵਿੱਚ ਤਾਂ ਇੱਕ ਹੀ ਹਾਊਸ ਹੈ ਵਿਧਾਨ ਸਭਾ, ਲੇਕਿਨ 6 ਸਟੇਟਸ ਇਹੋ ਜਿਹੀਆਂ ਜਿੱਥੇ ਵਿਧਾਨ ਪਰਿਸ਼ਦ ਵੀ ਹੁੰਦੀ ਹੈ, ਠੀਕ ਹੈ। ਪਰ ਵਿਧਾਨ ਪਰਿਸ਼ਦ ਦੇ ਮੈਂਬਰ ਵੀ ਜਿਹੜੇ ਉਹ ਭਾਗ ਨਹੀਂ ਲੈਣਗੇ। ਰਾਸ਼ਟਰਪਤੀ ਦੀ ਚੋਣ ਦੇ ਲਈ 50 ਮੈਂਬਰ ਉਸ ਨੂੰ ਰਿਕਮੈਂਡ ਕਰਨਗੇ ਅਤੇ 50 ਮੈਂਬਰ ਉਸ ਦੇ ਹੱਕ ਵਿੱਚ ਹੋਣਗੇ। ਕਹਿਣ ਦਾ ਮਤਲਬ ਇਹ ਹੈ ਕਿ ਅਗਰ ਰਾਸ਼ਟਰਪਤੀ ਦਾ ਇਲੈਕਸ਼ਨ ਲੜਨਾ ਹੈ ਤਾਂ 50 ਮੈਂਬਰ ਜਿਹੜਾ ਰਿਕਮੈਂਡ ਕਰਨ ਵਾਲੇ ਹੋਣਗੇ ਕਿ ਵੀ ਹਾਂ ਇਹ ਬੰਦਾ ਰਾਸ਼ਟਰਪਤੀ ਦੇ ਇਲੈਕਸ਼ਨ ਲੜ ਰਿਹਾ, ਅਸੀਂ 50 ਜਣੇ ਇਸ ਨੂੰ ਰਿਕਮੈਂਡ ਕਰ ਰਹੇ ਹਾਂ, ਅਤੇ 50 ਮੈਂਬਰ ਹੋਰ ਜਿਹੜੇ ਆ ਉਸ ਦੇ ਹੱਕ ਵਿੱਚ ਵੀ ਹੋਣੇ ਚਾਹੀਦੇ। ਇਹ ਸਿਰਫ ਜੋ ਵੋਟ ਕਰ ਰਹੇ ਆ, ਜੋ ਮੈਂਬਰ ਉਸ ਨੂੰ ਚੁਣ ਰਹੇ ਆ, ਯਾਨੀ ਕਿ ਲੋਕ ਸਭਾ ਅਤੇ ਰਾਜ ਸਭਾ ਦੇ ਚੁਣੇ ਹੋਏ ਮੈਂਬਰ, ਠੀਕ ਹੈ ਜੀ, ਔਰ ਜਿਹੜੀਆਂ ਰਾਜ ਵਿਧਾਨ ਸਭਾਵਾਂ ਦੇ ਵੀ ਚੁਣੇ ਹੋਏ ਮੈਂਬਰ, ਇਹਨਾਂ ਵਿੱਚੋਂ ਹੀ ਰਿਕਮੈਂਡ ਕਰਨਗੇ, ਜਨਤਾ ਦੇ ਵਿੱਚੋਂ ਨਹੀਂ। ਇਹ ਅਗਰ ਗੱਲ ਕਰੀਏ ਤਾਂ 1997 ਤੋਂ ਪਹਿਲਾਂ ਇਹ 50 ਤੋਂ ਘੱਟ ਹੁੰਦੇ ਸੀਗੇ ਮੈਂਬਰ। 1997 ਦੇ ਵਿੱਚ ਵਧਾ ਕੇ ਇਹ 50 ਕੀਤੇ ਸੀ। ਉਸ ਤੋਂ ਬਾਅਦ ਗੱਲ ਕਰੀਏ ਸਹੁੰ, ਤਾਂ ਰਾਸ਼ਟਰਪਤੀ ਨੂੰ ਸਹੁੰ ਜਿਹੜੀ ਹੈ ਉਹ ਚੀਫ ਜਸਟਿਸ ਆਫ ਇੰਡੀਆ ਚੁਕਾਉਂਦਾ ਹੈ। ਚੀਫ ਜਸਟਿਸ ਆਫ ਇੰਡੀਆ ਅਗਰ ਨਹੀਂ ਹੈ ਤਾਂ ਕੋਈ ਵੀ ਸੁਪਰੀਮ ਕੋਰਟ ਦਾ ਜਿਹੜਾ ਸੀਨੀਅਰ ਮੋਸਟ ਜੱਜ ਹੋਏਗਾ ਉਹ ਇਸ ਨੂੰ ਸਹੁੰ ਚੁਕਾਏਗਾ। ਉਸ ਤੋਂ ਬਾਅਦ ਹੈ ਜੀ ਮਹਾਦੋਸ਼ ਦੇ ਵਿੱਚ ਕੀ ਹੈ, ਯਾਨੀ ਕਿ ਇੰਪੀਚਮੈਂਟ, ਯਾਨੀ ਕਿ ਰਾਸ਼ਟਰਪਤੀ ਨੂੰ ਹਟਾਉਣਾ। ਦੇਖੋ ਅਗਰ ਰਾਸ਼ਟਰਪਤੀ ਨੂੰ ਹਟਾਉਣਾ ਹੈ ਤਾਂ ਸਿਰਫ ਇੱਕ ਹੀ ਕੰਡੀਸ਼ਨ ਹੈ ਕਿ ਅਗਰ ਉਸਨੇ ਕੌਂਸਟੀਟਿਊਸ਼ਨ ਦਾ ਵਾਇਲੈਂਟ ਕੀਤਾ ਤਾਂ, ਯਾਨੀ ਕਿ ਅਗਰ ਉਹ ਸੰਵਿਧਾਨ ਦੇ ਖਿਲਾਫ ਗਿਆ ਤਾਂ। ਪਰ ਸੰਵਿਧਾਨ ਦੇ ਵਿੱਚ ਵਰਣਨ ਨਹੀਂ ਕੀਤਾ ਹੋਇਆ ਕਿ ਕਿਸ ਤਰ੍ਹਾਂ ਖਿਲਾਫ ਜਾਣਾ। ਬਸ ਇੰਨਾ ਹੈ ਕਿ ਰਾਸ਼ਟਰਪਤੀ ਅਗਰ ਸੰਵਿਧਾਨ ਦੇ ਖਿਲਾਫ ਕੋਈ ਕੰਮ ਕਰ ਰਿਹਾ ਤਾਂ ਉਸ ਨੂੰ ਜਿਹੜਾ ਹਟਾਇਆ ਜਾ ਸਕਦਾ। ਲੇਕਿਨ ਉਸ ਨੂੰ ਹਟਾਉਣ ਦੇ ਲਈ ਕਿਸੇ ਵੀ ਹਾਊਸ ਵਿੱਚ, ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਜਿਹੜਾ ਹੈਗਾ ਉਹ ਪ੍ਰਸਤਾਵ ਲਿਆਇਆ ਜਾ ਸਕਦਾ ਹੈ। ਪਰ ਪ੍ਰਸਤਾਵ ਲਿਆਉਣ ਲਈ ਉਸ ਸਦਨ ਦੇ 25% ਜਿਹੜੇ ਮੈਂਬਰ ਹੈ, ਕਿਤੇ ਕਿਤੇ ਇਹ ਵੀ ਲਿਖਿਆ ਹੁੰਦਾ 1/4, ਤਾਂ ਜਿਹੜੇ 25% ਮੈਂਬਰ ਹੈ ਉਹਨਾਂ ਮੈਂਬਰਾਂ ਦੀ ਸਹਿਮਤੀ ਜ਼ਰੂਰੀ ਹੈ। ਸਪੋਜ਼ ਕਰੋ ਅਗਰ ਗੱਲ ਕਰੀਏ ਤਾਂ ਮੰਨ ਲਓ ਰਾਜ ਸਭਾ ਦੇ ਵਿੱਚ ਅਗਰ ਰਾਸ਼ਟਰਪਤੀ ਨੂੰ ਹਟਾਉਣ ਦਾ ਪ੍ਰਸਤਾਵ ਲੈ ਕੇ ਆਉਣਾ ਹੈ ਤਾਂ ਰਾਜ ਸਭਾ ਦੇ ਵਿੱਚ ਕੁੱਲ ਮੈਂਬਰ ਫਿਲਹਾਲ ਕਿੰਨੇ ਆ? 245। ਤਾਂ 245 ਦਾ ਜਿਹੜਾ 25% ਹੈ, ਯਾਨੀ ਕਿ ਚੌਥਾ ਹਿੱਸਾ, ਅਗਰ ਇੰਨੇ ਮੈਂਬਰਾਂ ਦਾ ਸਾਈਨ ਹੈ ਤਾਂ ਉਸ ਹਾਊਸ ਦੇ ਵਿੱਚ ਜਿਹੜਾ ਹੈਗਾ ਰੈਸੋਲੂਸ਼ਨ, ਯਾਨੀ ਕਿ ਪ੍ਰਸਤਾਵ ਲਿਆਇਆ ਜਾ ਸਕਦਾ ਹੈ। ਫਿਰ ਉਸ ਤੋਂ ਬਾਅਦ ਇੱਕ ਗੱਲ ਹੋਰ ਹੈ ਕਿ ਰਾਸ਼ਟਰਪਤੀ ਨੂੰ 14 ਦਿਨ ਪਹਿਲਾਂ ਜਿਹੜਾ ਮਹਾਦੋਸ਼ ਬਾਰੇ ਦੱਸਿਆ ਵੀ ਜਾਵੇਗਾ, ਠੀਕ ਹੈ। ਅਗਰ ਮੰਨ ਲਓ ਕਿਸੇ, ਸਪੋਜ਼ ਕਰੋ ਕਿ ਲੋਕ ਸਭਾ ਦੇ ਵਿੱਚ ਪਹਿਲਾ ਪ੍ਰਸਤਾਵ ਆਉਂਦਾ ਹੈ,
ਲੋਕ ਸਭਾ ਦੇ ਵਿੱਚ ਪਹਿਲਾ ਪ੍ਰਸਤਾਵ ਲਿਆਉਣ ਲਈ ਤਾਂ ਉੱਥੋਂ ਦੇ 25% ਜਿਹੜੇ ਮੈਂਬਰ ਉਹਨਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ। ਫਿਰ ਜਦੋਂ ਪ੍ਰਸਤਾਵ ਲਿਆਇਆ ਜਾਂਦਾ ਤਾਂ ਪਾਸ ਕਿਸ ਮੈਜੋਰਟੀ ਦੇ ਨਾਲ ਹੁੰਦਾ ਹੈ? ਟੋਟਲ ਮੈਂਬਰ ਜਿੰਨੇ ਵੀ ਹੈ, ਟੋਟਲ ਮੈਂਬਰ ਕਿੰਨੇ ਹੈ? 545 ਮੈਂਬਰ। ਤਾਂ 545 ਦਾ 2/3 2/3 ਮੈਂਬਰ ਜਿੰਨੇ ਹੋਣਗੇ, ਪ੍ਰੈਜ਼ੈਂਟ ਦਾ ਨਹੀਂ ਦੇਖਣਾ, ਇਹ ਟੋਟਲ ਦਾ ਦੇਖਣਾ ਕਿ 2/3 ਮੈਂਬਰ ਅਗਰ ਸਹਿਮਤ ਹੈ ਤਾਂ ਸਮਝ ਲਓ ਰੈਸੋਲੂਸ਼ਨ ਉਸ ਹਾਊਸ ਦੇ ਵਿੱਚ ਪਾਸ ਹੋ ਗਿਆ। ਫਿਰ ਉਹ ਰੈਸੋਲੂਸ਼ਨ ਜਦੋਂ ਪਾਸ ਹੋ ਜਾਂਦਾ ਤਾਂ ਫਿਰ ਅਗਲੇ ਹਾਊਸ 'ਚ ਚਲਾ ਜਾਂਦਾ। ਜਦੋਂ ਅਗਲੇ ਹਾਊਸ ਦੇ ਵਿੱਚ ਜਾਂਦਾ ਤਾਂ ਉਸ ਦੇ ਵੀ ਜਿੰਨੇ ਟੋਟਲ ਮੈਂਬਰ ਹੈ ਉਹਦਾ 2/3 ਯਾਨੀ ਕਿ 2/3 ਮੈਂਬਰ ਅਗਰ ਉਸ ਰੈਸੋਲੂਸ਼ਨ ਨੂੰ ਪਾਸ ਕਰ ਦਿੰਦੇ ਆ ਤਾਂ ਇਹ ਪਾਸ ਮੰਨਿਆ ਜਾਏਗਾ। ਸੈਕਿੰਡ ਹਾਊਸ ਇਨਕੁਆਇਰੀ ਵੀ ਕਰਵਾਉਂਦਾ। ਅਗਰ ਪਹਿਲਾਂ ਲੋਕ ਸਭਾ ਦੇ ਵਿੱਚ ਆਇਆ ਸੀ ਪ੍ਰਸਤਾਵ ਤਾਂ ਫਿਰ ਰਾਜ ਸਭਾ 'ਚ ਜਦੋਂ ਜਾਏਗਾ ਤਾਂ ਉੱਥੇ ਇਨਕੁਆਇਰੀ ਚੱਲੇਗੀ ਕਿ ਵਾਕਈ ਗਿਲਟੀ ਹੈ ਵੀ ਜਾਂ ਨਹੀਂ। ਅਗਰ ਰਾਜ ਸਭਾ ਦੇ ਵਿੱਚ ਪਹਿਲਾਂ ਆਉਂਦਾ ਤਾਂ ਫਿਰ ਦੁਬਾਰਾ ਜਦੋਂ ਅਗਰ ਰਾਜ ਸਭਾ ਦੇ ਵਿੱਚ ਪਹਿਲਾਂ ਆਉਂਦਾ ਤਾਂ ਫਿਰ ਪਾਸ ਹੋ ਕੇ ਕਿੱਥੇ ਜਾਏਗਾ? ਲੋਕ ਸਭਾ ਦੇ ਵਿੱਚ। ਤਾਂ ਫਿਰ ਉੱਥੇ ਇਨਕੁਆਇਰੀ, ਯਾਨੀ ਕਿ ਸੈਕਿੰਡ ਹਾਊਸ ਜਿਸ ਸੈਕਿੰਡ ਹਾਊਸ 'ਚ ਵੀ ਜਾਏਗਾ ਉੱਥੇ ਇਨਕੁਆਇਰੀ ਮਤਲਬ ਹੋਏਗੀ। ਔਰ ਉਸ ਸਮੇਂ ਦੇ ਵਿੱਚ ਰਾਸ਼ਟਰਪਤੀ ਅਗਰ ਚਾਹੇ ਤਾਂ ਉੱਥੇ ਖੁਦ ਵੀ ਆ ਕੇ ਬੈਠ ਸਕਦਾ, ਅਗਰ ਚਾਹੇ ਤਾਂ ਆਪਣੇ ਵੱਲੋਂ ਕਿਸੇ ਨੂੰ ਭੇਜ ਵੀ ਸਕਦਾ। ਉਸ ਤੋਂ ਬਾਅਦ ਅਗਰ ਪਾਸ ਹੋ ਜਾਏ ਤਾਂ ਫਿਰ ਰਾਸ਼ਟਰਪਤੀ ਨੂੰ ਉਤਾਰ ਦਿੱਤਾ ਜਾਂਦਾ। ਪਰ ਭਾਰਤ ਦੇ ਵਿੱਚ ਹਾਲੇ ਤੱਕ ਕਿਸੇ ਵੀ ਰਾਸ਼ਟਰਪਤੀ ਨੂੰ ਇਸ ਤਰੀਕੇ ਨਾਲ ਉਤਾਰਿਆ ਨਹੀਂ ਗਿਆ। ਦੁਬਾਰਾ ਚੁਣਿਆ ਗਿਆ ਰਾਸ਼ਟਰਪਤੀ 5 ਸਾਲਾਂ ਲਈ ਹੀ ਚੁਣਿਆ ਜਾਵੇਗਾ। ਇਸ ਲਾਈਨ ਦਾ ਮਤਲਬ ਦੇਖੋ ਇਹ ਹੈ, ਸਪੋਜ਼ ਕਰੋ ਕਿ ਕੋਈ ਰਾਸ਼ਟਰਪਤੀ ਹੈ, ਅਗਰ ਵੈਸੇ ਉਸ ਦੀ ਟਰਮ ਤਾਂ 5 ਸਾਲ ਹੀ ਹੋਈ, 5 ਸਾਲ ਲਈ ਚੁਣਿਆ ਜਾਂਦਾ ਹੈ। ਸਪੋਜ਼ ਕਰੋ ਕਿ ਅਗਰ ਉਸਨੇ 2 ਸਾਲ ਦਾ ਆਪਣਾ ਟਾਈਮ ਪੀਰੀਅਡ ਤਾਂ ਲਗਾ ਲਿਆ, ਬਾਅਦ ਵਿੱਚ ਅਗਰ ਉਸ ਦੀ ਡੈਥ ਹੋ ਜਾਂਦੀ ਹੈ ਤਾਂ ਬਾਕੀ ਬਚੇ ਜਿਹੜੇ 3 ਸਾਲ ਹੈ ਉਹ ਇਹ ਨਹੀਂ ਹੈ ਕਿ ਜੋ ਨਵਾਂ ਰਾਸ਼ਟਰਪਤੀ ਆਊਗਾ ਸਿਰਫ 3 ਸਾਲ ਤੱਕ ਹੀ ਰਹੇਗਾ। ਉਹ ਆਪਣਾ ਜਿਹੜਾ ਨਵਾਂ ਚੁਣ ਕੇ ਆਊਗਾ ਉਹ ਜਿਹੜਾ ਹੈਗਾ ਉਹ 5 ਸਾਲ ਤੱਕ ਹੀ ਰਹੇਗਾ। ਜਿਵੇਂ ਦੇਖੋ ਅਮਰੀਕਾ ਦੇ ਵਿੱਚ ਕੀ ਹੈ, ਵੈਸੇ ਤਾਂ ਅਮਰੀਕਾ ਦੇ ਵਿੱਚ ਜਿਹੜੀ ਟਰਮ ਹੈ 4 ਸਾਲ ਦੀ ਹੈ, ਯਾਨੀ ਕਿ ਉੱਥੇ 4 ਸਾਲ ਤੱਕ ਦਾ ਟਾਈਮ ਪੀਰੀਅਡ ਹੈ ਰਾਸ਼ਟਰਪਤੀ ਦਾ। ਸਪੋਜ਼ ਕਰੋ 2 ਸਾਲ ਬਾਅਦ ਅਗਰ ਕਿਸੇ ਰਾਸ਼ਟਰਪਤੀ ਦੀ ਡੈਥ ਹੋ ਜਾਂਦੀ ਹੈ ਤਾਂ ਵਾਈਸ ਪ੍ਰੈਜ਼ੀਡੈਂਟ ਜਿਹੜਾ ਉੱਥੋਂ ਦਾ ਉਹ ਰਾਸ਼ਟਰਪਤੀ ਦਾ ਜਿਹੜਾ ਅਹੁਦਾ ਸੰਭਾਲ ਲੈਂਦਾ, ਪਰ ਬਾਕੀ ਬਚੀ ਟਰਮ ਦੇ ਤੱਕ ਹੀ ਰਹਿੰਦਾ। ਜਿਵੇਂ ਆਪਣੇ ਆਮ ਵੀ ਹੁੰਦਾ, ਅਗਰ ਕੋਈ ਜਿਵੇਂ ਹੁਣ ਸੰਗਰੂਰ ਸੀਟ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਹੁਣ CM ਬਣਨ 'ਤੇ ਉਹਨਾਂ ਨੇ ਜਿਹੜਾ ਰਿਜ਼ਾਈਨ ਦਿੱਤਾ ਲੋਕ ਸਭਾ ਤੋਂ, ਤਾਂ ਹੁਣ ਲੋਕ ਸਭਾ ਦੀ ਜਿਹੜੀ ਟਰਮ ਹੈ 2024 ਦੇ ਵਿੱਚ ਇਲੈਕਸ਼ਨ ਹੋਣਗੇ, ਲੇਕਿਨ ਇਹ ਜਿਹੜੀ ਜ਼ਮੀਨੀ ਚੋਣਾਂ ਹੋ ਰਹੀਆਂ ਸੰਗਰੂਰ ਦੇ ਵਿੱਚ ਉਹ ਜਿੰਨੇ ਸਮੇਂ ਦੇ ਲਈ ਇਹ ਨਹੀਂ ਹੈ ਕਿ ਜੋ ਉੱਥੇ ਜਿੱਤੇਗਾ ਕੈਂਡੀਡੇਟ ਉਹ 5 ਸਾਲ ਤੱਕ ਰਹੇਗਾ, ਸਿਰਫ 2024 ਤੱਕ ਹੀ ਰਹੇਗਾ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੇ, ਚਾਹੇ ਉਹ ਕਿੰਨੇ ਵੀ ਸਾਲ ਬਣਨ। ਪਰ ਰਾਸ਼ਟਰਪਤੀ ਦੇ ਕੇਸ ਵਿੱਚ ਉਲਟ ਹੈ, ਰਾਸ਼ਟਰਪਤੀ ਜੋ ਵੀ ਚੁਣਿਆ ਜਾਏਗਾ ਉਹ 5 ਸਾਲ ਤੱਕ ਹੀ ਰਹੇਗਾ। ਇੱਕ ਚੀਜ਼ ਹੋਰ ਆਪਾਂ ਕਰ ਲੈਂਦੇ ਹਾਂ ਕਿ ਜਦੋਂ ਰਾਸ਼ਟਰਪਤੀ ਛੁੱਟੀ 'ਤੇ ਹੁੰਦਾ ਹੈ ਜਾਂ ਫਿਰ ਬਿਮਾਰ ਹੈ ਜਾਂ ਫਿਰ ਉਸਨੇ ਰਿਜ਼ਾਈਨ ਦੇ ਦਿੱਤਾ ਜਾਂ ਫਿਰ ਉਹਦੀ ਡੈਥ ਹੋ ਗਈ ਤਾਂ ਉਹ ਸਾਰਾ ਕਾਰਜਭਾਰ ਕੌਣ ਸੰਭਾਲਦਾ ਹੈ? ਵਾਈਸ ਪ੍ਰੈਜ਼ੀਡੈਂਟ, ਯਾਨੀ ਕਿ ਉਪ ਰਾਸ਼ਟਰਪਤੀ ਸੰਭਾਲਦਾ ਹੈ। ਉਪ ਰਾਸ਼ਟਰਪਤੀ ਕਿੰਨੇ ਸਮੇਂ ਤੱਕ ਸੰਭਾਲਦਾ ਹੈ? 6 ਮਹੀਨੇ ਤੱਕ ਸੰਭਾਲਦਾ, ਕਿਉਂਕਿ 6 ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਕਰਵਾਉਣਾ ਜ਼ਰੂਰੀ ਹੁੰਦਾ ਅਗਰ ਰਾਸ਼ਟਰਪਤੀ ਦੀ ਡੈਥ ਹੋ ਜਾਏ ਜਾਂ ਰਿਜ਼ਾਈਨ ਦੇ ਦੇ। ਅਗਰ ਬਿਮਾਰ ਹੈ ਜਾਂ ਕੁਛ ਵੀ ਹੈ ਫਿਰ ਤਾਂ ਥੋੜ੍ਹੇ ਦਿਨਾਂ ਤੱਕ ਹੀ ਜਿਹੜਾ ਕਾਰਜਭਾਰ ਸੰਭਾਲ ਲੈਂਦਾ। ਪਰ ਉਸ ਸਮੇਂ ਵਾਈਸ ਪ੍ਰੈਜ਼ੀਡੈਂਟ ਨੂੰ ਜੋ ਵੀ ਪਾਵਰਸ ਮਿਲਦੀਆਂ ਉਹ ਪ੍ਰੈਜ਼ੀਡੈਂਟ ਵਾਲੀਆਂ ਯਾਨੀ ਕਿ ਰਾਸ਼ਟਰਪਤੀ ਵਾਲੀਆਂ ਹੀ ਮਿਲਦੀਆਂ। ਅਗਰ ਸਪੋਜ਼ ਕਰੋ ਕਿ ਵਾਈਸ ਪ੍ਰੈਜ਼ੀਡੈਂਟ ਵੀ ਰਿਜ਼ਾਈਨ ਦੇ ਦੇ ਜਾਂ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਵੀ ਖਾਲੀ ਹੈ ਤਾਂ ਫਿਰ ਜਿਹੜਾ ਚੀਫ ਜਸਟਿਸ ਆਫ ਇੰਡੀਆ ਉਹ ਕਾਰਜਭਾਰ ਸੰਭਾਲਦਾ ਹੈ। ਅਗਰ ਉਹ ਵੀ ਨਹੀਂ ਹੈ ਤਾਂ ਫਿਰ ਸਮਝ ਲਓ ਜਿਹੜੇ ਬਾਕੀ ਦੇ 33 ਜੱਜ ਬਚੇ ਹੈ ਉਹਨਾਂ ਵਿੱਚੋਂ ਜੋ ਸੀਨੀਅਰ ਮੋਸਟ ਹੋਏਗਾ ਉਹ ਸੰਭਾਲੇਗਾ। ਅੱਗੇ ਗੱਲ ਕਰੀਏ ਤਾਂ ਆਪਣੇ ਰਾਸ਼ਟਰਪਤੀ ਤਾਂ 5 ਸਾਲ ਦੀ ਟਰਮ ਹੈ। ਅਗਰ ਗੱਲ ਕਰੀਏ ਅੱਗੇ ਆਹ ਸਾਰੇ ਜਿਹੜੇ ਰਾਸ਼ਟਰਪਤੀ ਜਿਹੜੇ ਹੁਣ ਤੱਕ ਬਣੇ ਹੈ, ਡਾਕਟਰ ਰਾਜਿੰਦਰ ਪ੍ਰਸਾਦ ਪਹਿਲੇ ਜਿਹੜੇ ਆ ਰਾਸ਼ਟਰਪਤੀ ਸੀਗੇ, ਆਹ ਕੁਛ ਹਾਈਲਾਈਟ ਕੀਤੇ ਹੋਏ ਆ। ਜਿਵੇਂ ਫਸਟ ਮੁਸਲਿਮ ਡਾਕਟਰ ਜ਼ਾਕਿਰ ਹੁਸੈਨ, ਔਰ ਇਹਨਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਇਹ ਪਹਿਲੇ ਸੀਗੇ ਜਿਹੜੇ ਆਪਣੇ ਕਾਰਜਕਾਲ ਦੇ ਦੌਰਾਨ ਜਿਨ੍ਹਾਂ ਦੀ ਡੈਥ ਹੋਈ ਸੀ, ਡਾਈਡ ਇਨ ਆਫਿਸ, ਠੀਕ ਹੈ, ਵਿਦਾਊਟ ਅਪੋਜ਼ਡ। ਇਹਨਾਂ ਦਾ ਇਸ ਦਾ ਮਤਲਬ ਹੈ ਕਿ N ਸੰਜੀਵਾ ਰੈਡੀ ਜਿਹੜੇ ਰਾਸ਼ਟਰਪਤੀ ਸੀਗੇ ਉਹ ਯੰਗੈਸਟ ਵੀ ਸੀ ਅਤੇ ਪਲੱਸ ਇਹ ਵੀ ਸੀ ਕਿ ਇਹਨਾਂ ਦੇ ਅਪੋਜ਼ ਕੋਈ ਨਹੀਂ ਸੀ, ਯਾਨੀ ਕਿ ਜਦੋਂ ਇਹਨਾਂ ਨੇ ਇਲੈਕਸ਼ਨ ਲੜਿਆ ਤਾਂ ਇਹਨਾਂ ਦੇ ਐਂਟੀ ਕੋਈ ਨਹੀਂ ਇਲੈਕਸ਼ਨ ਲੜਿਆ ਸੀ, ਤਾਂ ਨਿਰਵਿਰੋਧ ਹੀ ਚੁਣੇ ਗਏ ਸੀ। ਅਤੇ ਕੁਐਸਚਨ ਆਉਂਦਾ ਹੁੰਦਾ ਕਿ ਨਿਰਵਿਰੋਧ ਕੌਣ ਚੁਣੇ ਗਏ ਸੀ? ਗਿਆਨੀ ਜੈਲ ਸਿੰਘ ਸਾਡੇ ਪੰਜਾਬ ਤੋਂ ਬਿਲੋਂਗ ਕਰਦੇ ਆ, ਫਸਟ ਸਿੱਖ ਜਿਹੜੇ ਆ ਪ੍ਰੈਜ਼ੀਡੈਂਟ ਬਣੇ ਸੀਗੇ। ਉਸ ਤੋਂ ਬਾਅਦ ਅਗਰ ਫਸਟ ਸ਼ੈਡਿਊਲ ਕਾਸਟ ਦੇ ਵਿੱਚ ਪੁੱਛਿਆ ਜਾਵੇ ਤਾਂ KR ਨਾਰਾਇਣ, ਸ਼੍ਰੀਮਤੀ ਪ੍ਰਤਿਭਾ ਪਟੇਲ ਫਸਟ ਫੀਮੇਲ ਜੋ ਪ੍ਰੈਜ਼ੀਡੈਂਟ ਬਣੀ ਸੀ। ਹੁਣ ਜਿਹੜਾ ਨੋਮੀਨੇਸ਼ਨ ਚੱਲ ਰਹੀ ਹੈ ਤਾਂ BJP ਪਾਰਟੀ ਨੇ ਜਿਹੜਾ ਆਪਣੇ ਵੱਲੋਂ ਜੋ ਕੈਂਡੀਡੇਟ ਯਾਨੀ ਕਿ NDA ਨੇ, ਇਕੱਲੀ BJP ਨਹੀਂ ਕਹਾਂਗੇ ਕਿ BJP ਤਾਂ ਇੱਕ ਪਾਰਟੀ ਹੈ ਲੇਕਿਨ NDA ਦੇ ਵਿੱਚ ਕਾਫੀ ਸਾਰੀਆਂ ਪਾਰਟੀਆਂ, ਤਾਂ NDA ਨੇ ਜਿਹੜਾ ਆਪਣਾ ਪ੍ਰੈਜ਼ੀਡੈਂਟ ਜਿਹੜੀ ਨੋਮੀਨੇਸ਼ਨ ਦਿੱਤੀ ਹੈ ਉਹ ਦ੍ਰੋਪਦੀ ਨਾਮ ਹੈ, ਇੱਕ ਆਪਣੇ ਉੜੀਸਾ ਤੋਂ ਬਿਲੋਂਗ ਕਰਦੇ ਆ। ਫਸਟ ਟਰਾਈਬਲ
फस्ट ट्राइबल तो सैकेंड फीमेल, क्योंकि ऑफकोर्स पता ही है कि बीजेपी के कोल मेजोरिटी काफ़ी उन्होंने जित्ती जाना है, तो वो सैकेंड फीमेल तो फस्ट ट्राइबल जिहड़े है वो प्रैजिडेंट होणगे इस देश के। आने वाले समय रिजल्ट भी आ जाएगा, अजे तो नोमीनेशन चल रही है। तो दो क्वेश्चन जरूर याद रखियो, सैकेंड वूमैन तो जिहड़े और फस्ट जिहड़े हैगे ट्राइबल। उन्हों का पूरा नाम सीगा द्रौपदी मुर्मू, गवर्नर भी रह चुके हो झारखंड के। हुण अगे गल करते हैं राष्ट्रपति द्वारा की जाने वाली नियुक्तियां। देखो कुछ नियुक्तियां जो राष्ट्रपति द्वारा की जाती पर कितने ना कितने कौंसल ऑफ मिनिस्टर्स के द्वारा ही कहन ते ही नियुक्तियां होंदियां। सब तो पहला राष्ट्रपति तिन्ना सेनावां जो जल थल वायु यानी कि एयरफोर्स, आर्मी ते जिहड़ी नेवी है, उन्होंने जो सुप्रीम कमांडर है उन्होंने जिहड़ी नियुक्ति है वो राष्ट्रपति द्वारा होंदी है। प्रधानमंत्री की नियुक्ति भी आर्टिकल 75 के अंडर जो राष्ट्रपति द्वारा ही होंदी है। वैसे तो जिस पार्टी को मेजोरिटी होंदी है उस दे लीडर को ही जोड़ा प्रधानमंत्री बनाया जाता है, पर फिर भी नियुक्ति का मतलब ये है कि जो कई बार की होंगे कि मान लो मेजोरिटी किसी की भी नहीं बनी, ठीक है, तो राष्ट्रपति अपनी जिहड़ी है विवेक पावर के नाल किसी भी प्रधानमंत्री बना दिंदा है। पर प्रधानमंत्री जिसनों भी बनाता तो उसने जिहड़ा है अपनी मेजोरिटी पेश करनी होंदी है। तो प्रधानमंत्री की नियुक्ति कौन करता है? राष्ट्रपति करता है। सुप्रीम कोर्ट के हाई कोर्ट के जजां भी नियुक्त कौन करता है? राष्ट्रपति। एक चीज़ इत्थे ध्यान नाल नोट करने वाली है कि सुप्रीम कोर्ट के जज जिन्ने भी है, एक 33 जज तो होंदे है, एक होंदे चीफ जस्टिस, बाकी 33 अदर जजिस होंदे है। तो टोटल जज जिहड़े होंदे 34 होंदे है। सुप्रीम कोर्ट के जज नूं जिहड़ा नियुक्त तो करता है राष्ट्रपति, ठीक है, सौं कौन चुकांदा है? ये भी राष्ट्रपति। पर हाई कोर्ट के ध्यान रखना, हाई कोर्ट के जज नूं नियुक्त तो राष्ट्रपति करता ही है, पर इसनूं सौं जिहड़े आ वो राज्यां दे गवर्नर चुकाउंदे है, ठीक है। इस चीज़ का ध्यान रखना, थोड़ा कन्फ्यूज़ नहीं होना। चोण कमिश्नर की नियुक्ति भी राष्ट्रपति द्वारा की जाती है। अटॉर्नी जनरल जिसनों फस्ट लॉ ऑफिसर, वकीलों का वकील यानी कि गौरमेंट ऑफ इंडिया का वकील होंगे अटॉर्नी जनरल, इसनों महान्यायवादी भी कहा जाता है, ठीक है। इसकी जी नियुक्ति भी राष्ट्रपति द्वारा की जाती है। उस तो बाद है महालेखा परीक्षक यानी कि कैग, कंट्रोलर ऑडिटर जनरल, तो इसकी जी नियुक्ति है वह भी राष्ट्रपति द्वारा की जाती है। ये अकाउंटेंट होंगे गौरमेंट ऑफ इंडिया का। उस तो बाद गवर्नर जो राज्य के गवर्नर है उन्होंने नियुक्ति पत्र भी कौन दिंदा है? राष्ट्रपति। तिन्ने सेनावां के मुखीए आप कर भी लिया वैसे। उस बाद राजदूत जो अंबैसडर्स होंगे है जो दूसरे देशों में जाते हैं उन्होंने नियुक्ति भी कौन करता है? राष्ट्रपति। IAS IPS अधिकारी वैसे तो एग्जाम क्लीयर करते हैं, लेकिन नियुक्ति का मतलब है कि ज्वाइनिंग लैटर समझ लो, कुछ कह लो भी अखीर के उन्होंने कोल एक लैटर आता कि भी हाँ इसनों ये अहुदा दिता गया, तो राष्ट्रपति द्वारा दिता जाता है। उस तो बाद है उप राष्ट्रपति नूं सौं कौन चुकांदा है? उप राष्ट्रपति नूं सौं जिहड़ा वो राष्ट्रपति चुकाउंदा है। हुण इत्थे गल एक ध्यान रखनी है कि राष्ट्रपति जदों रिजाइन दिंदा है तो वह उप राष्ट्रपति नूं रिजाइन दिंदा है, तो उप राष्ट्रपति जिहड़ा रिजाइन है वो राष्ट्रपति नूं दिंदा है। पर सौं चुकाउण दे विच अड्ड है। राष्ट्रपति नूं सौं चुकांदा है CJI यानी कि चीफ जस्टिस ऑफ इंडिया, ठीक है, तो उप राष्ट्रपति नूं सौं चुकांदा है राष्ट्रपति। सौं तो नहीं एक दूजे नूं चुकांदे पर रिजाइन जरूर एक दूजे नूं दिंदे है। ये कुछ आर्टिकल्स है, जिवें आर्टिकल की गल करिए 52 आर्टिकल कह रहा है कि देश के एक राष्ट्रपति होगा। आर्टिकल 53 कह रहा है राष्ट्रपति जो कार्यपालिका का मुखी होगा, ये आर्टिकल जरूर याद कर लियो। आर्टिकल 54 कह रहा है कि राष्ट्रपति की जी वो चोण होगी यानी कि चुनिया जाएगा। आर्टिकल जो 55 है उस दसिया है कि चोण की विधि की होएगी। आर्टिकल जो 56 है उस दसिया कि राष्ट्रपति का कार्यकाल की है। उस तो बाद आर्टिकल 57 ये दसिया गया कि री इलैक्शन यानी कि री इलैक्ट दोबारा इलैक्ट हो सकता है। 58 एलिजिबिलिटी दसी हुई है कि भारत का नागरिक होना चाहिए, 35 साल उसकी उम्र होनी चाहिए है, ठीक है, और गौरमेंट ऑफ इंडिया या स्टेट गौरमेंट ऑफ इंडिया के कोई प्रॉफिटेबल अहदे पर नहीं होना चाहिए। उस तो बाद है आर्टिकल 59 ऑफिस कंडीशन राष्ट्रपति भवन। उस तो बाद 60 के दसी हुई है सौं चुकाने बारे गल की हुई है। 61 के इंपीचमेंट दसिया हुआ महादोष। उस तो बाद आर्टिकल 62 के राष्ट्रपति के अहदे को टाइम पर भरन लई, क्योंकि पहले राष्ट्रपति का कार्यकाल पूरा होने तो पहला अगला राष्ट्रपति चुनना जरूरी होंदा है, नहीं तो फिर सेंट्रल गौरमेंट का काम खड़ जाएगा क्योंकि वो साइन तो बिना काम होंगे नहीं। उस तो बाद गल करिए राजनीतिक शक्तियाँ। राष्ट्रपति देखो वैसे तो राजनीतिक शक्तियाँ की गल कर रहे हैं, पहला होर भी बहुत सारिया शक्तियाँ होंदियां। राष्ट्रपति लोक सभा के राज सभा के जोड़े बिल नूं प्रवानगी दिंदा है। तो देखो जो लोक सभा के राज सभा बिल नूं पास करती है, ठीक है, उसनूं प्रवानगी कौन दिंदा है?
ਰਾਸ਼ਟਰਪਤੀ ਦਿੰਦਾ, ਫਿਰ ਜਾ ਕੇ ਉਹ ਐਕਟ ਬਣਦਾ ਹੈ। ਕੁਝ ਬਿੱਲ ਪੇਸ਼ ਕਰਨ ਤੋਂ ਪਹਿਲਾਂ ਜਿਹੜੀ ਹੈ ਰਾਸ਼ਟਰਪਤੀ ਦੀ ਪ੍ਰਵਾਨਗੀ ਵੀ ਲੈਣੀ ਪੈਂਦੀ ਹੈ ਪਹਿਲਾਂ। ਉਸ ਤੋਂ ਬਾਅਦ ਗੱਲ ਕਰੀਏ ਰਾਸ਼ਟਰਪਤੀ ਨਵੀਂ ਸਰਕਾਰ ਦੇ ਪਹਿਲੇ ਸੈਸ਼ਨ, ਸਪੋਜ਼ ਕਰੋ ਕਿ ਕੋਈ ਕਿਸੇ ਗੌਰਮੈਂਟ ਦਾ ਜਿਹੜਾ ਟਾਈਮ ਪੀਰੀਅਡ ਆ ਉਹ ਪੂਰਾ ਹੋ ਗਿਆ, ਜਾਂ ਟਾਈਮ ਪੀਰੀਅਡ ਪਹਿਲਾਂ ਪੂਰਾ ਹੋਣ ਤੋਂ ਪਹਿਲਾਂ ਹੀ ਭੰਗ ਹੋ ਗਈ ਮੰਨ ਲਓ ਲੋਕ ਸਭਾ, ਤਾਂ ਫਿਰ ਜਦੋਂ ਨਵੀਂ ਇਲੈਕਸ਼ਨ ਹੁੰਦੀ ਹੈ ਤਾਂ ਜੋ ਵੀ ਨਵੀਂ ਲੋਕ ਸਭਾ ਚੁਣ ਕੇ ਆਉਂਦੀ ਹੈ ਉਸ ਦਾ ਜਿਹੜਾ ਪਹਿਲਾ ਭਾਸ਼ਣ ਹੁੰਦਾ ਉਹ ਰਾਸ਼ਟਰਪਤੀ ਦਾ ਹੁੰਦਾ ਹੈ। ਅਤੇ ਉਸ ਤੋਂ ਬਾਅਦ ਹੋਰ ਕਦੋਂ ਭਾਸ਼ਣ ਹੁੰਦਾ ਹੈ? ਹਰ ਸਾਲ, ਹਰ ਨਵੇਂ ਸਾਲ ਜੋ ਵੀ ਪਹਿਲਾ ਸੈਸ਼ਨ ਹੋਏਗਾ, ਆਮ ਤੌਰ 'ਤੇ ਬਜਟ ਸੈਸ਼ਨ ਹੀ ਆਉਂਦਾ ਫਰਵਰੀ ਦੇ ਵਿੱਚ, ਠੀਕ ਹੈ, ਉਹਦੇ ਵਿੱਚ ਵੀ ਜਿਹੜਾ ਪਹਿਲਾ ਭਾਸ਼ਣ ਹੈ ਉਹ ਕਿਸ ਦਾ ਹੋਏਗਾ? ਰਾਸ਼ਟਰਪਤੀ ਦਾ। ਇਹ ਦੋਨੋਂ ਚੀਜ਼ਾਂ ਧਿਆਨ ਰੱਖਣੀਆਂ। ਆਰਟੀਕਲ 123 ਬਹੁਤ ਇੰਪੋਰਟੈਂਟ ਹੈ, 1 2 3 ਅੰਡਰ ਆਰਟੀਕਲ 123 ਦੇ ਆਧਾਰ 'ਤੇ ਕੀ ਹੈ ਕਿ ਰਾਸ਼ਟਰਪਤੀ ਅਧਿਆਦੇਸ਼ ਯਾਨੀ ਕਿ ਆਰਡੀਨੈਂਸ ਜਾਰੀ ਕਰ ਸਕਦਾ ਹੈ। ਦੇਖੋ ਜੇਕਰ ਸੈਸ਼ਨ ਨਹੀਂ ਚੱਲ ਰਿਹਾ, ਦੇਖੋ ਸੈਸ਼ਨ ਕਿੰਨੇ ਹੁੰਦੇ ਆ ਸਾਲ ਦੇ ਵਿੱਚ? 3 ਹੁੰਦੇ ਆ, ਠੀਕ ਹੈ, 3 ਸੈਸ਼ਨ ਹੁੰਦੇ ਆ। ਇੱਕ ਹੁੰਦਾ ਬਜਟ ਸੈਸ਼ਨ, ਇੱਕ ਹੁੰਦਾ ਮੌਨਸੂਨ ਸੈਸ਼ਨ, ਅਤੇ ਇੱਕ ਹੁੰਦਾ ਵਿੰਟਰ ਸੈਸ਼ਨ, ਠੀਕ ਹੈ ਜੀ। ਇਹ ਤਿੰਨੋਂ ਜਿਹੜੇ ਸੈਸ਼ਨ ਹੈ, ਇੱਕ ਗੱਲ ਕਲੀਅਰਲੀ ਯਾਦ ਰੱਖਿਓ ਕਿ ਇੱਕ ਸੈਸ਼ਨ ਤੋਂ ਦੂਸਰੇ ਸੈਸ਼ਨ ਦੇ ਵਿੱਚ 6 ਮਹੀਨੇ ਤੋਂ ਵੱਧ ਗੈਪ ਨਹੀਂ ਹੋਣਾ ਚਾਹੀਦਾ। ਇਸ ਕਰਕੇ ਕਿਹਾ ਜਾਂਦਾ ਕਿ ਵੱਧ ਤੋਂ ਵੱਧ ਕਿੰਨੇ ਸੈਸ਼ਨ ਹੁੰਦੇ ਆ ਇੱਕ ਸਾਲ ਦੇ ਵਿੱਚ? ਘੱਟੋ ਘੱਟ 2 ਤਾਂ ਹੋਣੇ ਚਾਹੀਦੇ, ਵੱਧ ਤੋਂ ਵੱਧ 3 ਵੀ ਹੋ ਸਕਦੇ ਆ। ਸੈਸ਼ਨ ਕਿੰਨਾ ਸਮੇਂ ਤੱਕ ਚੱਲੇਗਾ? ਇਹ ਕੋਈ ਉਹ ਨਹੀਂ ਹੈ, ਮਹੀਨੇ ਦਾ ਵੀ ਚੱਲ ਸਕਦਾ। ਕੋਵਿਡ ਦੇ ਵਿੱਚ ਤਾਂ ਇੱਕ ਦਿਨ ਦੇ ਵੀ ਚੱਲੇ ਆ ਕਈ ਸਟੇਟਸ ਦੇ ਵਿੱਚ, ਤਾਂ ਕਿੰਨੇ ਵੀ ਦਿਨਾਂ ਦਾ ਚੱਲ ਸਕਦਾ ਹੈ। ਦੇਖੋ ਅਗਰ ਮੰਨ ਲਓ ਅੱਜ ਸੈਸ਼ਨ ਸਟਾਰਟ ਹੁੰਦਾ ਔਰ ਮਹੀਨਾ ਚੱਲਦਾ, ਇਹ ਤਾਂ ਪੂਰਾ ਹੋ ਗਿਆ ਸੈਸ਼ਨ, ਠੀਕ ਹੈ। ਅਗਰ ਡੇਲੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਬੋਲਦੇ ਮੀਟਿੰਗਸ, ਠੀਕ ਹੈ, ਕਿਉਂਕਿ ਕੁਐਸਚਨ ਆਉਂਦਾ ਹੁੰਦਾ ਇੱਕ ਬਹੁਤ ਇੰਪੋਰਟੈਂਟ ਇੱਥੇ ਕਿ ਸੈਸ਼ਨ ਨੂੰ ਕੌਣ ਬੁਲਾਉਂਦਾ ਹੈ? ਰਾਸ਼ਟਰਪਤੀ। ਸੈਸ਼ਨ ਨੂੰ ਖ਼ਤਮ ਕੌਣ ਕਰਦਾ ਹੈ? ਰਾਸ਼ਟਰਪਤੀ। ਔਰ ਸੈਸ਼ਨ ਦੀ ਜੋ ਮੀਟਿੰਗ ਜੋ ਚੱਲਦੀਆਂ ਉਸ ਦੌਰਾਨ ਉਹਨਾਂ ਨੂੰ ਕੌਣ ਬੁਲਾਉਂਦਾ ਅਤੇ ਕੌਣ ਖ਼ਤਮ ਕਰਦਾ? ਉਹ ਸਪੀਕਰ ਕਰਦਾ ਲੋਕ ਸਭਾ ਦੇ ਵਿੱਚ, ਅਤੇ ਰਾਜ ਸਭਾ ਦੇ ਵਿੱਚ ਜਿਹੜੀਆਂ ਮੀਟਿੰਗਸ ਨੂੰ ਕੌਣ ਬੁਲਾਉਂਦਾ ਅਤੇ ਕੌਣ ਖ਼ਤਮ ਕਰਦਾ? ਰਾਜ ਸਭਾ ਦਾ ਚੇਅਰਮੈਨ। ਹੁਣ ਆਪਾਂ ਇਸ ਚੀਜ਼ ਧਿਆਨ ਕਿ ਆਰਡੀਨੈਂਸ ਕੀ ਹੈ। ਹੁਣ ਮੰਨ ਲਓ ਜੇ ਸੈਸ਼ਨ ਨਹੀਂ ਚੱਲ ਰਿਹਾ, ਅਰਜੈਂਟ ਕਿਸੇ ਕਾਨੂੰਨ ਬਣਾਉਣ ਦੀ ਲੋੜ ਪੈ ਗਈ, ਕੋਈ ਜ਼ਰੂਰੀ ਕਾਨੂੰਨ ਬਣਾਉਣਾ ਪੈਣਾ, ਠੀਕ ਲੋੜ ਪੈ ਗਈ ਹੈ ਕਿਉਂਕਿ ਹੁਣ ਸੈਸ਼ਨ ਤਾਂ ਚੱਲ ਨਹੀਂ ਰਿਹਾ, ਤਾਂ ਫਿਰ ਕਾਨੂੰਨ ਕਿਵੇਂ ਬਣੇਗਾ? ਤਾਂ ਫਿਰ ਰਾਸ਼ਟਰਪਤੀ ਯਾਨੀ ਕਿ ਰਾਸ਼ਟਰਪਤੀ ਕੀ ਕਰਦਾ ਹੈ? ਉਸ ਕਾਨੂੰਨ ਨੂੰ ਬਣਾ ਦਿੰਦਾ ਹੈ। ਅਸਲ ਦੇ ਵਿੱਚ ਉਹ ਕਾਨੂੰਨ ਜਿਹੜਾ ਹੈ ਉਹ ਕੌਂਸਿਲ ਆਫ ਮਿਨਿਸਟਰ ਦੇ ਸਿਗਨੇਚਰ ਯਾਨੀ ਕਿ ਕੌਂਸਿਲ ਆਫ ਮਿਨਿਸਟਰ ਦੇ ਕਹਿਣ 'ਤੇ ਸਿਗਨੇਚਰ ਕਰਨ 'ਤੇ ਹੀ ਰਾਸ਼ਟਰਪਤੀ ਸਿਗਨੇਚਰ ਕਰਦਾ ਹੈ, ਠੀਕ ਹੈ। ਅਤੇ ਇਸ ਕਾਨੂੰਨ ਦੀ ਮਿਆਦ 6 ਹਫ਼ਤੇ ਯਾਨੀ ਕਿ 42 ਦਿਨ ਤੱਕ ਰਹੀ। ਦੇਖੋ ਇਸ ਦਾ ਮਤਲਬ ਇਹ ਹੈ, ਵੈਸੇ ਤਾਂ ਪੂਰਾ ਪ੍ਰੋਸੈਸ ਕਰਦੇ ਹਾਂ ਅਸੀਂ ਕੀ ਹੁੰਦਾ ਹੈ ਅਧਿਆਦੇਸ਼। ਦੇਖੋ ਸਪੋਜ਼ ਕਰੋ ਕਿ ਕੋਈ ਸੈਸ਼ਨ ਨਹੀਂ ਚੱਲ ਰਿਹਾ, ਠੀਕ ਹੈ, ਸੈਸ਼ਨ ਸਪੋਜ਼ ਕਰੋ ਕਿ ਕੱਲ੍ਹ ਹੀ ਖਤਮ ਹੋ ਕੇ ਹਟਿਆ, ਠੀਕ ਹੈ। ਹੁਣ ਅੱਜ ਲੋੜ ਪੈ ਗਈ ਹੈ ਅਚਾਨਕ ਕਾਨੂੰਨ ਦੀ, ਤਾਂ ਕੌਂਸਿਲ ਆਫ ਮਿਨਿਸਟਰ ਕੀ ਕਹੇਗੀ ਰਾਸ਼ਟਰਪਤੀ ਨੂੰ ਕਿ ਅਧਿਆਦੇਸ਼ ਜਾਰੀ ਕਰ ਦਿਓ, ਠੀਕ ਹੈ। ਰਾਸ਼ਟਰਪਤੀ ਅਧਿਆਦੇਸ਼ ਜਾਰੀ ਕਰ ਦੇਗਾ। ਹੁਣ ਆਪਾਂ ਨੂੰ ਪਤਾ ਕਿ 6 ਮਹੀਨੇ ਦੇ ਅੰਦਰ ਅੰਦਰ ਅਗਲਾ ਸੈਸ਼ਨ ਬੁਲਾਉਣਾ ਜ਼ਰੂਰੀ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਘੱਟੋ ਘੱਟ 6 ਮਹੀਨੇ ਤੱਕ ਅਗਰ ਚਾਹਵੇ ਤਾਂ ਹੋ ਸਕਦਾ ਸੈਸ਼ਨ ਨਾ ਵੀ ਹੋਵੇ। ਤਾਂ ਇਹਦਾ ਮਤਲਬ ਉਹ ਜਿਹੜਾ ਅਧਿਆਦੇਸ਼ ਆ ਉਹ 6 ਮਹੀਨੇ ਤੱਕ ਤਾਂ ਚੱਲ ਸਕਦਾ ਹੈ। 6 ਮਹੀਨੇ ਤੱਕ ਕਿਉਂ ਚੱਲ ਸਕਦਾ ਹੈ? ਕਿਉਂਕਿ 6 ਮਹੀਨੇ ਤੋਂ ਪਹਿਲਾਂ ਬੁਲਾਉਣਾ ਜ਼ਰੂਰੀ ਹੈ। ਇਹਦਾ ਮਤਲਬ ਘੱਟੋ 6 ਮਹੀਨੇ ਤੋਂ ਬਾਅਦ ਤਾਂ ਸਮਾਂ ਹੈ ਹੀ ਨਹੀਂ, ਕਿ 6 ਮਹੀਨੇ ਤੋਂ ਵੱਧ ਤਾਂ ਹੋ ਹੀ ਨਹੀਂ ਸਕਦੇ ਕਿਉਂਕਿ ਸੈਸ਼ਨ ਹੀ 6 ਮਹੀਨੇ ਤੋਂ ਪਹਿਲਾਂ ਬੁਲਾਉਣਾ। ਇਹਦਾ ਮਤਲਬ ਉਹ ਅਧਿਆਦੇਸ਼ 6 ਮਹੀਨੇ ਤੱਕ ਤਾਂ ਚੱਲ ਸਕਦਾ ਲੰਬਾ। ਪਰ ਇਹ 6 ਹਫ਼ਤੇ ਦਾ ਕੀ ਮਤਲਬ ਹੈ? 6 ਹਫ਼ਤੇ ਦਾ ਮਤਲਬ ਇਹ ਹੈ ਕਿ ਦੁਬਾਰਾ ਜਦੋਂ ਸੈਸ਼ਨ ਬੈਠੇਗਾ ਉਸ ਤੋਂ ਬਾਅਦ 6 ਹਫ਼ਤੇ ਹੈ ਸੰਸਦ ਦੇ ਕੋਲੇ ਉਸ ਨੂੰ ਪਾਸ ਕਰਨਾ ਜਾਂ ਉਸ ਨੂੰ ਰੱਦ ਕਰਨਾ। ਚਾਹੇ ਤਾਂ ਉਹ ਦੂਸਰੇ ਦਿਨ ਹੀ ਬੈਠ ਕੇ ਰੱਦ ਕਰ ਦੇਣ, ਅਤੇ ਨਹੀਂ ਤਾਂ ਫਿਰ ਅਗਰ ਉਹਦੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ 6 ਹਫ਼ਤੇ ਤੱਕ ਚੱਲੇਗਾ, ਉਸ ਤੋਂ ਬਾਅਦ ਉਹ ਆਪਣੇ ਆਪ ਹੀ ਰੱਦ ਹੋ ਜਾਏਗਾ। ਹੁਣ ਇੱਕ ਗੱਲ ਹੋਰ ਹੈ ਕਿ ਰਾਸ਼ਟਰਪਤੀ ਜਦੋਂ ਅਧਿਆਦੇਸ਼ ਜਾਰੀ ਕਰਦਾ ਹੈ ਤਾਂ ਕਿਸੇ ਵੀ ਸਮੇਂ ਉਸ ਨੂੰ ਵਾਪਸ ਲੈ ਸਕਦਾ ਹੈ। ਤਾਂ ਅਗਰ ਪੁੱਛਿਆ ਜਾਵੇ ਕਿ ਘੱਟੋ ਘੱਟ ਕਿੰਨੇ ਦਿਨ ਚੱਲ ਸਕਦਾ, ਦੇਖੋ 6 ਮਹੀਨੇ ਤੱਕ ਤਾਂ ਚੱਲ ਹੀ ਸਕਦਾ ਕਿਉਂਕਿ ਅਗਲਾ ਸੈਸ਼ਨ ਜਿਹੜਾ ਹੈਗਾ 6 ਮਹੀਨੇ ਤੋਂ ਵੱਧ ਤਾਂ ਲਗਾਏਗਾ ਹੀ ਨਹੀਂ। ਹੋ ਸਕਦਾ ਉਹ ਜਿਉਂ ਹੀ ਲਾਸਟ ਵਾਲੇ ਦਿਨ ਆ ਕੇ ਬੈਠੇ, ਫਿਰ ਤਾਂ 6 ਮਹੀਨੇ ਤਾਂ ਬੀਤ ਹੀ ਜਾਣਗੇ ਨਾ, ਇਸ ਕਰਕੇ 6 ਮਹੀਨੇ ਆਉਂਦਾ। ਲੇਕਿਨ ਅਗਰ ਕਵੇ ਕਿ ਸੈਸ਼ਨ ਚੱਲਣ ਤੋਂ ਬਾਅਦ, ਸੈਸ਼ਨ ਸ਼ੁਰੂ ਹੋਣ ਤੋਂ ਠੀਕ ਹੈ ਕਿੰਨੇ ਦਿਨ ਬਾਅਦ ਤੱਕ ਉਹਦੀ ਮਿਆਦ ਰਹਿੰਦੀ ਹੈ, ਫਿਰ 6 ਹਫ਼ਤੇ ਤੱਕ ਦੀ ਆਪਾਂ ਕਹਾਂਗੇ, ਠੀਕ ਹੈ, ਯਾਨੀ ਕਿ 42 ਦਿਨ। ਧਿਆਨ ਰੱਖਣਾ ਕਿ ਕੁਐਸਚਨ ਪੁੱਛਿਆ ਕੀ ਹੈ, ਕਿਉਂਕਿ ਬਹੁਤ ਉਲਝਾ ਕੇ ਕੁਐਸਚਨ ਪੁੱਛਦੇ ਆਪਾਂ ਜਦੋਂ MCQ ਲਗਾਵਾਂਗੇ ਇਸੇ ਤਰੀਕੇ ਨਾਲ ਹੀ ਉਲਝਾ ਕੇ ਜਿਹੜੇ ਕੁਐਸਚਨ ਆਏ ਹੋਏ ਆ ਉਹਨਾਂ ਦੇ ਬਾਰੇ ਜ਼ਰੂਰ ਡਿਸਕਸ ਕਰਾਂਗੇ, ਫਿਰ ਤੁਹਾਨੂੰ ਦੱਸਾਂਗੇ ਕਿ ਦੋਨਾਂ ਤਿੰਨਾਂ ਕੁਐਸਚਨਾਂ 'ਚ ਫਰਕ ਕੀ ਹੁੰਦਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਨੂੰ ਪਾਸ ਕਰਕੇ ਕਾਨੂੰਨ ਬਣਾ ਦਿੱਤਾ ਜਾਵੇਗਾ, ਨਹੀਂ ਤਾਂ ਫਿਰ ਰੱਦ ਆਪਣੇ ਆਪ ਹੀ ਹੋ ਜਾਂਦਾ, ਆਪਾਂ ਡਿਸਕਸ ਕਰ ਲਏ। ਉਸ ਤੋਂ ਬਾਅਦ ਗੱਲ ਕਰੀਏ ਆਰਟੀਕਲ 111 ਦੇ ਅੰਡਰ ਕਿਸੇ ਬਿੱਲ ਨੂੰ ਰਾਸ਼ਟਰਪਤੀ ਕੇਵਲ ਇੱਕ ਵਾਰ ਮੋੜ ਸਕਦਾ ਹੈ। ਦੇਖੋ ਜਦੋਂ ਲੋਕ ਸਭਾ ਜਾਂ ਰਾਜ ਸਭਾ ਕੋਈ ਬਿੱਲ ਨੂੰ ਪਾਸ ਕਰਦੀ ਹੈ ਤਾਂ ਰਾਸ਼ਟਰਪਤੀ ਕੋਲ ਕੀ ਆਪਸ਼ਨਸ ਹੁੰਦੀਆਂ। ਪਹਿਲੀ ਆਪਸ਼ਨ ਉਹ ਸਾਈਨ ਕਰ ਦੇਗਾ, ਇਹਦਾ ਮਤਲਬ ਉਹ ਐਕਟ ਬਣ ਗਿਆ, ਜਾਂ ਫਿਰ ਦੂਸਰੀ ਹੈ ਉਸ ਨੂੰ ਹੋਲਡ ਕਰ ਲਏਗਾ, ਯਾਨੀ ਕਿ ਉਸ ਨੂੰ ਰੱਦ ਕਰਤਾ, ਉਹਨੇ ਪਾਸ ਨਹੀਂ ਕੀਤਾ, ਰੱਦ ਕਰਤਾ। ਤੀਸਰੀ ਪਾਵਰ ਕੀ ਹੁੰਦੀ ਹੈ? ਤੀਸਰੀ ਪਾਵਰ ਹੁੰਦੀ ਹੈ ਕਿ ਨਾ ਉਸਨੇ ਪਾਸ ਕੀਤਾ
ना उसने रद्द किया, उसने वापस भेजता, यानी कि संसद ਨੂੰ बिल ਜਿਹੜਾ ਉਹ वापस ही भेजता। क्यों वापस भेजता? शायद उस दे विच कुछ सुधार करने की लोड़ है, पर ਜਦੋਂ ਉਹ ਦੁਬਾਰਾ ਬਿੱਲ ਪਾਸ ਹੋ ਕੇ ਆ ਗਿਆ, ਭਾਵੇਂ ਉਹਦੇ ਵਿੱਚ ਕੋਈ ਸੁਧਾਰ ਕੀਤਾ ਜਾਂ ਨਹੀਂ ਕੀਤਾ, ਸੇਮ ਉਸੇ ਮੈਜੋਰਿਟੀ ਨਾਲ ਹੀ ਪਾਸ ਹੋ ਕੇ ਆ ਗਿਆ, ਤਾਂ ਫਿਰ ਉਸ ਨੂੰ ਜਿਹੜਾ ਹੈਗਾ ਰਾਸ਼ਟਰਪਤੀ ਸਾਈਨ ਕਰੇਗਾ ਹੀ ਕਰੇਗਾ, क्योंकि ਇਹ ਕਿਹਾ ਗਿਆ कि 111 ਦੇ ਅਕੋਰਡਿੰਗ ਜਿਹੜਾ ਬਿੱਲ ਰਾਸ਼ਟਰਪਤੀ ਉਹ ਸਿਰਫ ਇੱਕ ਵਾਰ ਮੋੜ ਸਕਦਾ, ਦੁਬਾਰਾ ਉਸ ਨੂੰ ਸਾਈਨ ਕਰਨਾ ਹੀ ਪਵੇਗਾ। ठीक है। एक होर पावर होंगी है पॉकेट वीटो। सपोज करो उसने ना बिल पास किया, ना उसने रद्द किया, ना उसने वापस भेजा, सिर्फ अपनी पॉकेट के पा लिया, इस करके उसमें कहते पॉकेट वीटो। आम तौर पर जो आखिरी दिन होंगे या आखिरी टाइम होंगे किसी भी सरकार का, या फिर लोक सभा का आखिरी सैशन, आखिरी टाइम, उस तो बाद पता है इलैक्शन होणगे, सरकार चली जाएगी, ये सरकार का आखिरी सैशन है, तो उस समय के काफ़ी सारे बिल पास होकर आए हैं जिन्होंने उत्ते कोई ज़्यादा डिस्कशन नहीं की होंगी, क्योंकि गौरमेंट चाहती है कि आप दी मर्जी के नाल काफ़ी बिल पास किए होंगे हैं, इस करके उत्थे राष्ट्रपति की एक पावर रखी गई है पॉकेट वीटो। और एक गल याद रखना है, क्वेश्चन आंदा होंदा कि राष्ट्रपति की पॉकेट वीटो किन्ने समय लिए होंगी है, तो इसलिए कोई समा नहीं है, अनलिमिटेड समय के लिए पॉकेट वीटो यूज़ कर सकता है राष्ट्रपति। पर अमेरिका का जिहड़ा राष्ट्रपति है वो लिमिटेड समय के लिए यूज़ करता है, इस करके कहा जाता है कि अमरीका के राष्ट्रपति नालों जिहड़ा इंडिया के राष्ट्रपति की पॉकेट वीटो वाली पावर ज़्यादा वड्डी है। उस तो बाद आर्टिकल 108 की अगर गल करिए, उसके अंडर राष्ट्रपति ज्वाइंट सैशन बुलाता है। बिल्कुल, अगर कोई सधारण बिल 6 महीने हो गए लटकते हैं, एक हाउस पास कर दिंदा, दूसरा हाउस नहीं पास करता, या कोई ख्याल नहीं रद्द कर दिंदा, तो फिर उस कंडीशन की है डेडलॉक, उसको डेडलॉक बोलते हैं, डेडलॉक लग जाता 6 महीने तो बाद, तो फिर राष्ट्रपति जिहड़ा ज्वाइंट सैशन बुलाता है। ठीक है, ज्वाइंट सैशन का मतलब सांझी मीटिंग बुलाता दोनों की, दोनों हाउस की। ठीक है, फिर वो सांझे सैशन के की किया जाता है, उस बिल पर डिस्कशन की जाती है, अगर वो पास हो जाता है तो यानी कि कहने का मतलब ये है कि सरकार के अपन को पता है मेजोरिटी लोक सभा के किहदी हुंदी है, जिहदी सरकार हुंदी है, तो किते ना किते ये ज्वाइंट सैशन जिहड़ा हैगा वो सरकार के हक दे विच ही जाता है। फिर वो ज्वाइंट सैशन के मेजोरिटी देखी जाती है, चाहे वो क्योंकि अपन पता ही लोक सभा के मैंबर ज़्यादा, राज्य सभा के घट है, इस करके ज्वाइंट सैशन के गौरमेंट में ही फायदा होंदा है, तो किते ना किते ऑप्शन रखी हुई है ये ज्वाइंट सैशन वाली सधारण बिल नूं लैके। कारण की है? कारण ये है कई बार की होंदा कि सपोज करो जिवें हुण अगर बीजेपी की गल करिए तो जो स्टार्टिंग के गौरमेंट आई सी, जो पहली टर्म के इस तो पहला वाली जी पहली टर्म के जो आई सी 14 के, तो उदों की सीगा राज सभा के ज़्यादा मैंबर कांग्रेस के सी, क्योंकि हर स्टेट के जी कांग्रेस की सरकार उदों होंदी सी, तो राज्यों की विधान सभा के मैंबर ही तो चुन के भेजते हैं राज्य सभा के मैंबरों को, तो लोक सभा के तो पूरी मेजोरिटी सी 300+ बीजेपी के मैंबर से ये बिल नूं एक हाउस तो पास तो कर देंगे सी लोक सभा तो, पर बिल जिहड़ा हैगा वो राज्य सभा के रुक जाता सी। ठीक है, इस तरीके के नाल फिर सरकार इहदा मतलब ये होया कि 2 साल बाद तो रिटायर होंगे उसके मैंबर राज्य सभा के, मतलब 1.5-2 साल तक फिर औखा ही हो जाएगा बिल नूं पास करना, तो किते ना किते सधारण बिल ते जिहड़ा है ज्वाइंट सैशन बुलाने की प्रोविजनस दी गई है, ताकि किसी भी तरह की कोई देश के किसी भी कानून को लैके रुकावट ना बने। तो डिटेल तो यही है, बाकी इन्नी डिटेल पूछते नहीं पेपर 'च, बस तुसीं इन्ना याद रखना कि ज्वाइंट सैशन कौन बुलाता है, राष्ट्रपति बुलाता है। अगर प्रधानगी पूछे तो प्रधानगी जो वो लोक सभा के स्पीकर द्वारा की जाती है। ऑप्शन के भी आम तौर पर 4 नाम होंगे, प्रधानमंत्री, स्पीकर, ठीक है, राज्यसभा का चेयरमैन तो प्रेजिडेंट यानी कि राष्ट्रपति, ये 4 ऑप्शन होंगी है, पर याद रखियो बुलांदा राष्ट्रपति है, प्रधानगी स्पीकर करता है। उस तो बाद अगर गल करिए तो संकटकालीन शक्तियाँ, एमरजेंसी पावर, देखो भाग 18 जोड़ा है उनके आर्टिकल 352 बारे गल की हुई है। आर्टिकल 352 भारत के जो किसी देश के नाल युद्ध होंदा है, ठीक है, उस दौरान जी है देश के नैशनल एमरजेंसी लगाई जाती है, यानी कि राष्ट्रीय संकटकालीन होंदा उदों ये एमरजेंसी लगाई जाती है 352 राष्ट्रपति के द्वारा। अज तक वैसे अगर गल करिए तो 3 बार लग चुकी है, जो 1962 के चीन के नाल युद्ध होया सी एक उदों लगी सी, एक 1965 के जो पाकिस्तान नाल युद्ध होया सी उदों लगी सी, तो 1975 के युद्ध तो नहीं सी, लेकिन इंदिरा गांधी ने देश के अंदर जो गड़बड़ सी उसके आधार पर लगवाई सी 1975 के। हुण इत्थे एक चीज़ याद रखियो कि 1971 के भी तो लड़ाई हुई सी पाकिस्तान के नाल, उदों एमरजेंसी क्यों नहीं दिखाई हुई इत्थे, क्योंकि ऑलरेडी 1965 वाली उदों चल रही सी। अज तक ये 3 बारी लग चुकी है, 2 बारी तो बाहरी हमले दौरान तो 1 बारी
ਅੰਦਰੂਨੀ ਗੜਬੜ। ਪਰ ਉਸ ਤੋਂ ਬਾਅਦ ਅਮੈਂਡਮੈਂਟ ਕਰਕੇ ਅੰਦਰੂਨੀ ਗੜਬੜ ਦੇ ਦੌਰਾਨ ਐਮਰਜੈਂਸੀ ਲਗਾਉਣਾ ਖਤਮ ਕਰਤਾ ਸੀ। ਹੁਣ ਬਾਹਰੀ ਹਮਲੇ ਦੇ ਦੌਰਾਨ ਹੀ ਸਿਰਫ ਲੱਗਦੀ ਹੈ। ਬਾਕੀ ਐਮਰਜੈਂਸੀ ਵਾਲਾ ਚੈਪਟਰ ਅਸੀਂ ਪੂਰਾ ਡਿਟੇਲ 'ਚ ਕਰਾਂਗੇ, ਫਿਲਹਾਲ ਤਾਂ ਇੱਥੇ ਥੋੜ੍ਹਾ ਜਿਹਾ ਡਿਸਕਸ ਹੀ ਕੀਤਾ। ਉਸ ਤੋਂ ਬਾਅਦ ਗੱਲ ਕਰੀਏ ਆਰਟੀਕਲ 356। 356 ਵੀ ਐਮਰਜੈਂਸੀ ਦਾ, ਲੇਕਿਨ ਇਸ ਨੂੰ ਸਟੇਟ ਐਮਰਜੈਂਸੀ ਬੋਲਦੇ ਆ। ਠੀਕ ਹੈ, ਯਾਨੀ ਕਿ ਇਸ ਨੂੰ ਗਵਰਨਰ ਰਾਜ ਵੀ ਬੋਲਦੇ ਆ, ਰਾਸ਼ਟਰਪਤੀ ਰਾਜ ਵੀ ਬੋਲਦੇ ਆ ਸਟੇਟ ਦੇ ਵਿੱਚ। ਆਰਟੀਕਲ 356 ਰਾਜ ਦੀ ਸੰਵਿਧਾਨਿਕ ਮਸ਼ੀਨਰੀ ਦੇ ਫੇਲ ਹੋਣ ਜਾਂ ਰਾਜ ਸਰਕਾਰ ਦੇ ਅਸਫਲ ਹੋਣ 'ਤੇ। ਇਸ ਦਾ ਮਤਲਬ ਕੀ ਹੈ? ਇਸ ਦਾ ਮਤਲਬ ਇਹ ਹੈ ਕਿ ਜਦੋਂ, ਦੇਖੋ ਧਿਆਨ ਨਾਲ ਸੁਣਿਓ, ਜਦੋਂ ਸਟੇਟ ਦਾ ਗਵਰਨਰ ਲਿਖਤੀ ਰੂਪ ਦੇ ਵਿੱਚ ਰਾਸ਼ਟਰਪਤੀ ਨੂੰ ਇਹ ਦੇਵੇ ਲਿਖ ਕੇ ਕਿ ਇਸ ਰਾਜ ਦੇ ਵਿੱਚ ਸੰਵਿਧਾਨ ਦੇ ਅਨੁਸਾਰ ਪ੍ਰਸ਼ਾਸਨ ਚਲਾਉਣਾ ਔਖਾ ਹੋ ਰਿਹਾ, ਤਾਂ ਫਿਰ ਰਾਸ਼ਟਰਪਤੀ ਕੀ ਕਰਦਾ? ਉਸ ਸਟੇਟ ਦੇ ਵਿੱਚ ਐਮਰਜੈਂਸੀ ਲਗਾ ਦਿੰਦਾ 356 ਦੇ ਅਕੋਰਡਿੰਗ, ਅਤੇ ਸਾਰੀ ਪਾਵਰ ਜਿਹੜੀ ਕਿਹਨੂੰ ਦੇ ਦਿੰਦਾ? ਰਾਜਪਾਲ ਨੂੰ ਦੇ ਦਿੰਦਾ। ਰਾਜਪਾਲ ਫਿਰ ਉਹ ਸਾਰਾ ਕੰਮ ਜੋ IAS PCS ਜੋ ਵੀ ਅਧਿਕਾਰੀ ਹੁੰਦੇ ਆ ਉਹਨਾਂ ਦੇ ਥਰੂ ਕਰਵਾਉਂਦੇ ਆ, ਯਾਨੀ ਕਿ ਉੱਥੋਂ ਦੀ ਜਿਹੜੀ ਸਰਕਾਰ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਹੋਰ ਵੀ ਬਥੇਰੀ ਵਾਰ ਐਮਰਜੈਂਸੀ ਲੱਗਦੀ ਹੈ ਸਟੇਟ ਵਾਲੀ। ਕਦੋਂ ਲੱਗਦੀ ਹੈ? ਜਦੋਂ ਮੰਨ ਲਓ ਕਿਸੇ ਵੀ ਪਾਰਟੀ ਨੂੰ ਮੈਜੋਰਿਟੀ ਨਹੀਂ ਮਿਲੀ, ਕਿਸੇ ਵੀ ਪਾਰਟੀ ਨੇ ਜਿੰਨਾ ਬਹੁਮਤ ਚਾਹੀਦਾ ਸੀ 1/2+1 ਕਿਸੇ ਵੀ ਪਾਰਟੀ ਦਾ ਨਹੀਂ ਆਇਆ, ਔਰ ਨਾ ਹੀ ਰਲ ਕੇ ਸਰਕਾਰ ਬਣਾਈ, ਤਾਂ ਉਸ ਸਮੇਂ ਦੇ ਵਿੱਚ ਗਵਰਨਰ ਪੁੱਛਦਾ ਹੈ ਕਿ ਸਰਕਾਰ ਬਣਾਉਣ ਲਈ ਪੁੱਛਦਾ ਹੈ, ਪਾਰਟੀਆਂ ਦੇ ਲੀਡਰਾਂ ਨੂੰ ਪੁੱਛਦਾ ਵੀ ਕੌਣ ਮਿਲ ਕੇ ਬਣਾਉਣਾ ਚਾਹੁੰਦਾ ਹੈ। ਅਗਰ ਕੋਈ ਵੀ ਨਾ ਬਣਾਉਣਾ ਚਾਹਵੇ ਤਾਂ ਫਿਰ ਉੱਥੇ ਵੀ ਜਿਹੜਾ ਹੈਗਾ ਫਿਰ ਗਵਰਨਰ ਰੂਲ ਲਗਾ ਦਿੱਤਾ ਜਾਂਦਾ। ਫਿਰ 6 ਮਹੀਨੇ ਦੇ ਅੰਦਰ ਅੰਦਰ ਨਵੀਂ ਇਲੈਕਸ਼ਨ ਹੁੰਦੀ ਹੈ। ਜਾਂ ਕਈ ਵਾਰੀ ਕੀ ਹੁੰਦਾ ਕਿ ਪਾਰਟੀ ਜਿਹੜੀ ਹੈਗੀ ਹੈ ਕੋਈ ਵੀ, ਮੰਨ ਲਓ ਉੱਥੋਂ ਦੀ ਵਿਧਾਨ ਸਭਾ ਜਿਹੜੀ ਹੈ ਭੰਗ ਹੋ ਜਾਂਦੀ ਹੈ। ਠੀਕ ਹੈ, ਤਾਂ ਫਿਰ ਵੀ 6 ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਕਰਵਾਉਣਾ ਹੁੰਦਾ। ਉਸ ਸਮੇਂ ਦੇ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਕਿ ਗਵਰਨਰ ਰੂਲ ਆ ਜਾਂਦਾ। ਪਰ ਮੇਨ ਤਾਂ ਇਹ ਯਾਦ ਰੱਖਣਾ ਕਿ ਸੰਵਿਧਾਨਿਕ ਮਸ਼ੀਨਰੀ ਦੇ ਫੇਲ ਹੋਣ ਦੇ ਦੌਰਾਨ ਲਿਖ ਕੇ ਕੌਣ ਦਿੰਦਾ? ਗਵਰਨਰ। ਇਹ ਜ਼ਰੂਰ ਯਾਦ ਰੱਖਿਓ, ਕਿਤੇ ਕਿਤੇ ਪੁੱਛਿਆ ਗਿਆ ਕਿ ਕਿਸ ਦੇ ਦੁਆਰਾ ਲਗਾਈ ਜਾਂਦੀ ਅਤੇ ਕੌਣ ਲਿਖ ਕੇ ਦਿੰਦਾ। ਉਸ ਤੋਂ ਬਾਅਦ ਇਹ ਅਲੱਗ-ਅਲੱਗ ਰਾਜਾਂ ਦੇ ਵਿੱਚ ਅਲੱਗ-ਅਲੱਗ ਲੱਗਦੀ ਹੈ। ਸਭ ਤੋਂ ਪਹਿਲਾਂ ਲੱਗੀ ਸੀ 356 ਦੇ ਵਿੱਚ। ਸਭ ਤੋਂ ਪਹਿਲਾਂ ਜਿਹੜੀ 356 ਆਰਟੀਕਲ ਜਿਹੜੀ ਲੱਗੀ ਸੀ ਉਹ ਲੱਗੀ ਸੀ ਪੰਜਾਬ ਦੇ ਵਿੱਚ, ਜਦੋਂ ਪੈਪਸੂ 1950 ਦੇ ਵਿੱਚ ਪੰਜਾਬ ਦੇ ਵਿੱਚ ਗੱਲ ਕਰ ਰਹੇ ਤਾਂ ਪੈਪਸੂ ਦੇ ਦੌਰਾਨ ਲੱਗੀ ਸੀ। ਹੁਣ ਤੱਕ ਇਹ 8 ਵਾਰ ਲੱਗ ਚੁੱਕੀ ਹੈ ਪੰਜਾਬ ਦੇ ਵਿੱਚ। ਅਗਰ ਸਭ ਤੋਂ ਜ਼ਿਆਦਾ ਵਾਰ ਗੱਲ ਕਰੀਏ ਤਾਂ ਯੂਪੀ ਦੇ ਵਿੱਚ 9 ਵਾਰ ਲੱਗ ਚੁੱਕੀ ਹੈ। ਲੇਕਿਨ ਇਸ ਕੁਐਸਚਨ 'ਤੇ ਜ਼ਿਆਦਾ ਫੋਕਸ ਕਰਨ ਦੀ ਜ਼ਿਆਦਾ ਲੋੜ ਨਹੀਂ ਹੈ, ਕਿਉਂਕਿ ਕੀ ਪਤਾ ਕੱਲ੍ਹ ਹੀ ਕਿਸੇ 'ਤੇ ਲੱਗ ਜੇ। ਠੀਕ ਹੈ, ਤਾਂ ਇਸ ਕਰਕੇ ਕੀ ਪਤਾ ਕਿਸੇ ਹੋਰ ਦੇ ਵਿੱਚ ਵੀ 9 ਹੋਵੇ ਅਤੇ ਉੱਥੇ 10 ਹੋ ਜਾਵੇ, ਫਿਰ ਤੁਸੀਂ ਕਹੋਗੇ ਕਿ 9 ਕਰਵਾਈ ਸੀ ਸਾਨੂੰ ਤਾਂ ਯੂਪੀ ਦੀ। ਅਤੇ ਇਸ ਨੂੰ ਤਾਂ ਕਰੰਟ ਦਾ ਹੀ ਕੁਐਸਚਨ ਹੈ। ਆਰਟੀਕਲ 356 ਓਨਲੀ ਰਾਜ ਵਿੱਚ ਲੱਗਦਾ ਹੈ, 352 ਅਤੇ 360 ਪੂਰੇ ਦੇਸ਼ ਵਿੱਚ ਲੱਗਦਾ ਹੈ। ਆਰਟੀਕਲ 360 ਇਹ ਵੀ ਇੱਕ ਸੰਕਟ ਗਏ, ਪਰ ਇਹ ਵਿੱਤੀ ਸੰਕਟ ਹੈ, ਯਾਨੀ ਕਿ ਫਾਈਨੈਂਸ਼ੀਅਲ ਐਮਰਜੈਂਸੀ। ਇਹ ਹਾਲੇ ਤੱਕ ਲੱਗੀ ਨਹੀਂ ਹੈ। ਜਦੋਂ ਲੱਗਦਾ ਵੀ ਦੇਸ਼ ਕੋਲ ਪੈਸਾ ਨਹੀਂ ਰਿਹਾ, ਦੇਸ਼ ਕੰਗਾਲ ਦੀ ਸਥਿਤੀ 'ਤੇ ਆ ਗਿਆ, ਉਦੋਂ ਇਹ ਜਿਹੜਾ ਸੰਕਟ ਲੱਗਦਾ ਹੈ। ਫਿਰ ਆਰਟੀਕਲ 356 ਕਿਸੇ ਵੀ ਰਾਜ ਵਿੱਚ ਲੱਗ ਸਕਦਾ। 356 ਦੀ ਗੱਲ ਕਰੀਏ ਤਾਂ ਹੁਣ ਇਹ ਕੁਝ ਕੀ ਪੁਆਇੰਟਸ ਹੈ, ਜਿਵੇਂ ਦੇਸ਼ ਦਾ ਪਹਿਲਾ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ, ਪਹਿਲਾ ਮੁਸਲਿਮ ਰਾਸ਼ਟਰਪਤੀ ਡਾਕਟਰ ਜ਼ਾਕਿਰ ਹੁਸੈਨ, ਆਫਿਸ ਦੇ ਵਿੱਚ ਵੀ ਇਹਨਾਂ ਦੀ ਮੌਤ ਹੋਈ ਸੀ, ਪਹਿਲੇ ਉਹ ਵੀ ਸੀਗੇ। ਅਤੇ ਪਹਿਲਾ ਸਿੱਖ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਸਰਬਸੰਮਤੀ ਨਿਰਵਿਰੋਧ ਚੁਣਿਆ ਜਾਣ ਵਾਲਾ ਰਾਸ਼ਟਰਪਤੀ ਨੀਲਮ ਸੰਜੀਵਾ ਰੈਡੀ, ਪਹਿਲਾ ਰਾਸ਼ਟਰਪਤੀ ਜੋ ਪਹਿਲਾ ਉਪ ਰਾਸ਼ਟਰਪਤੀ ਰਹਿ ਚੁੱਕਿਆ ਸੀ ਡਾਕਟਰ ਰਾਧਾ ਕ੍ਰਿਸ਼ਨ, ਸਾਨੂੰ ਪਤਾ ਹੈ ਪਹਿਲੇ ਉਪ ਰਾਸ਼ਟਰਪਤੀ ਸੀਗੇ। ਠੀਕ ਹੈ, ਉਸ ਤੋਂ ਬਾਅਦ ਇਹ ਰਾਸ਼ਟਰਪਤੀ ਬਣੇ ਸੀ। ਤਾਂ ਇੱਥੇ ਕੁਐਸਚਨ ਇਹ ਪੁੱਛਿਆ ਗਿਆ ਕਿ ਕਿਹੜਾ ਉਹ ਰਾਸ਼ਟਰਪਤੀ ਹੈ ਜੋ ਪਹਿਲਾਂ ਉਪ ਰਾਸ਼ਟਰਪਤੀ ਸੀ। ਵੈਸੇ ਤਾਂ ਕਈ ਹੋਰ ਹੋਣਗੇ, ਪਰ ਇਹ ਪਹਿਲਾ ਬੰਦਾ ਸੀ ਜਿਹੜਾ ਪਹਿਲਾ ਉਪ ਰਾਸ਼ਟਰਪਤੀ ਰਿਹਾ ਫਿਰ ਰਾਸ਼ਟਰਪਤੀ ਬਣਿਆ। ਤਾਂ ਪਹਿਲਾ ਦਲਿਤ ਰਾਸ਼ਟਰਪਤੀ KR ਨਰਾਇਣ, ਪਹਿਲਾ ਐਕਟਿੰਗ ਕਾਰਜਵਾਹਕ ਰਾਸ਼ਟਰਪਤੀ VV ਗਿਰੀ। ਐਕਟਿੰਗ ਦਾ ਮਤਲਬ ਇਹ ਹੈ ਕਿਉਂਕਿ VV ਗਿਰੀ ਉਦੋਂ ਕੀ ਸੀ? ਵਾਈਸ ਪ੍ਰੈਜ਼ੀਡੈਂਟ ਸੀ। ਠੀਕ ਹੈ, ਤਾਂ ਜ਼ਾਕਿਰ ਹੁਸੈਨ, ਡਾਕਟਰ ਜ਼ਾਕਿਰ ਹੁਸੈਨ ਜੋ ਇਹਨਾਂ ਦੀ ਜਦੋਂ ਡੈਥ ਹੋ ਗਈ ਸੀ ਤਾਂ ਫਿਰ ਇਹ ਵਾਈਸ ਪ੍ਰੈਜ਼ੀਡੈਂਟ ਦੇ ਤੌਰ 'ਤੇ ਬਾਅਦ 'ਚ ਇਹਨਾਂ ਨੇ ਕੁਰਸੀ ਸੰਭਾਲ ਲਈ ਸੀ ਰਾਸ਼ਟਰਪਤੀ ਦੀ, ਤਾਂ ਉਸ ਨੂੰ ਬੋਲਦੇ ਐਕਟਿੰਗ। ਉਸ ਤੋਂ ਬਾਅਦ ਇਹਨਾਂ ਨੇ ਵੀ ਰਿਜ਼ਾਈਨ ਦੇ ਦਿੱਤਾ ਸੀ, ਕਿਉਂਕਿ ਇਹਨਾਂ ਨੇ ਇਹ ਕਿਹਾ ਸੀਗਾ, ਕਿਉਂਕਿ ਇਹ ਵੀ ਇਲੈਕਸ਼ਨ ਲੜਨਾ ਚਾਹੁੰਦੇ ਸੀਗੇ ਰਾਸ਼ਟਰਪਤੀ ਦਾ, ਅਤੇ ਇਹਨਾਂ ਨੇ ਰਿਜ਼ਾਈਨ ਦੇ ਦਿੱਤਾ। ਹੁਣ ਦੇਖੋ ਰਾਸ਼ਟਰਪਤੀ ਦੀ ਤਾਂ ਡੈਥ ਹੋ ਗਈ, ਵਾਈਸ ਪ੍ਰੈਜ਼ੀਡੈਂਟ ਨੇ ਵੀ ਰਿਜ਼ਾਈਨ ਦੇ ਦਿੱਤਾ ਕਿਉਂਕਿ ਰਾਸ਼ਟਰਪਤੀ ਦਾ ਇਲੈਕਸ਼ਨ ਲੜਨਾ ਸੀ। ਤਾਂ ਹੁਣ ਦੋਨੋਂ ਹੀ ਕੁਰਸੀਆਂ ਜਦੋਂ ਖਾਲੀ ਹੋ ਗਈ ਤਾਂ ਕੌਣ ਸੰਭਾਲੇਗਾ? ਉਦੋਂ CGI। ਤਾਂ ਪਹਿਲਾ CGI ਉਹ ਕੌਣ ਸੀ ਜਿਸ ਨੇ ਫਿਰ ਕੁਰਸੀ ਸੰਭਾਲੀ ਸੀ ਉਸ ਸਮੇਂ? ਹਦਾਇਤੁੱਲਾ। ਤਾਂ ਇਸ ਤਰੀਕੇ ਨਾਲ CGI ਨੂੰ ਮੌਕਾ ਮਿਲਿਆ ਸੀ, ਅਤੇ VV ਗਿਰੀ ਪਹਿਲੇ ਐਕਟਿੰਗ ਜਿਹੜੇ ਸੀਗੇ ਰਾਸ਼ਟਰਪਤੀ ਬਣੇ ਸੀ। ਬਾਅਦ ਵਿੱਚ VV ਗਿਰੀ ਜਿੱਤ ਗਏ ਸੀਗੇ ਅਤੇ ਇਹ ਰਾਸ਼ਟਰਪਤੀ ਬਣ ਗਏ ਸੀ। ਠੀਕ ਹੈ ਜੀ, ਪਹਿਲਾ ਵਿਗਿਆਨੀ ਜੋ ਰਾਸ਼ਟਰਪਤੀ, ਇਸ ਨੂੰ ਨੋਨ ਪੋਲੀਟੀਕਲ ਪਰਸਨ ਵੀ ਕਹਿੰਦੇ ਆ। ਫਸਟ ਨੋਨ ਪੋਲੀਟੀਕਲ ਪਰਸਨ ਵੀ ਪਹਿਲਾ ਉਹ ਬੰਦਾ ਜਿਹੜਾ ਰਾਜਨੀਤੀ ਨਾਲ ਸੰਬੰਧਿਤ ਨਹੀਂ ਸੀ ਪਰ ਰਾਸ਼ਟਰਪਤੀ ਬਣਿਆ ਸੀ, ਕਿਉਂਕਿ ਆ ਸਾਰੇ ਜਿੰਨੇ ਵੀ ਕਿਸੇ ਨਾ ਕਿਸੇ ਰਾਜਨੀਤੀ ਪਾਰਟੀ ਨਾਲ ਸੰਬੰਧਿਤ ਸੀ, ਬਟ ਇਹ ਪਹਿਲਾ ਬੰਦਾ ਸੀ ਜਿਹੜਾ ਜਿਹੜਾ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਨਹੀਂ ਸੀ। ਤਾਂ ਉਹ ਕੌਣ ਹੈ? APJ ਅਬਦੁਲ ਕਲਾਮ। ਠੀਕ ਹੈ, ਇਹ ਵਿਗਿਆਨੀ ਸੀਗੇ।
पहली महिला राष्ट्रपति प्रतिभा पाटिल, हुण दूसरी महिला जिहड़ी द्रौपदी मुर्मू है वो दूसरी महिला होणगे क्योंकि बन ही जाना बीजेपी दे। ते और फस्ट ट्राइबल भी जिहड़े आ द्रौपदी मुर्मू, ये ध्यान नाल याद रखियो। तो ये सारा जिहड़ा साडा राष्ट्रपति के बारे सी। इस तो बाद असीं एक नैक्सट वीडियो होर करांगे, सैकेंड पार्ट करांगे राष्ट्रपति का, उहदे विच होर भी बहुत सारिया पावर्स है, ठीक है, उन्हां दे बारे डिस्कशन करांगे। उस दे विच तुहानूं ये भी दसांगे कि एक्चुअल दे विच इलैक्शन हुंदा किवें है, ठीक है, किस तरह वोट वैल्यू होंदी है, एक MLA की वोट वैल्यू, एक MP की वोट वैल्यू, ठीक है। तुहानूं सारा जिहड़ा राष्ट्रपति के बारे छोटे छोटे तो लैके वड्डे वड्डे तक के जिहड़े क्वेश्चन तुहाडे सारे कवर होणगे। तुसीं अपनी जरूरत के हिसाब नाल अपने जिन्ना तुहानूं लगदा याद कर सकदे हो इहदे विचों उन्ना ही पढ़ो, ठीक है, क्योंकि कुछ एग्जाम दे विच बहुत हाई लैवल के क्वेश्चन भी आ जाते हैं तो कुछ एग्जाम दे विच बहुत ही लो लैवल के भी क्वेश्चन आते हैं। इस तो बाद असीं MCQ लगावांगे, तुहाडे सारे डाउट्स क्लीयर हो जाएंगे। तो ये वीडियो सारिਆਂ ਦੇ ਲਈ है, इस करके ਵੱਧ ਤੋਂ ਵੱਧ इसका जिहड़ा फायदा लो, ठीक है। हर तरह के एग्जाम दे विच अजकल पॉलिटी आती है, राष्ट्रपति के बारे बहुत सारे क्वेश्चन आते हैं, तो सारी वीडियो जी इंपॉर्टेंट है, इसमें ध्यान नाल सुनो, अपने नोट्स बनाओ। अगर तुसीं इसका PDF लैना चाहते हो तो सानू जिहड़े WhatsApp नंबर जिहड़े लिखे हुए हैं उन्हां ते मैसेज करो, और डिस्क्रिप्शन बॉक्स के विच जिहड़ा टैलीग्राम लिंक दिता होया है, ठीक है, उसनूं ज्वाइन करो, उहदे विच भी तुहानूं PDF मिल ही जाएगा, ठीक है। और अपनी तैयारी नूं जिहड़ा आराम नाल पंजाबी दे विच करो, ठीक है। जेकर तुसीं मास्टर कैडर की तैयारी करना चाहते हो तो पेड कोर्स भी ज्वाइन कर सकते हो, चाहे अगर कल्ला MCQ का करना चाहते हो तो MCQ का ज्वाइन कर सकते हो, अगर इकल्ला थ्योरी का तुसीं करना चाहते हो, अगर तुसीं चाहते हो कि कंसैप्ट तुहाडे क्लीयर किए जान तो कल्ला थ्योरी का भी ज्वाइन कर सकते हो, या दोनों भी MCQ भी तो थ्योरी भी, जिस तरह का जिस तरह की तुहानूं लोड़ है उस तरह का ही असीं मास्टर कैडर की तैयारी करवा रहे हैं। पेड कोर्स है जी ऑनलाइन, ठीक है, ज्वाइन करो। सो थैंक यू सो मच वॉचिंग दिस वीडियो एंड शेयर जरूर करो जी, ठीक है, सबसक्राइब तो जरूर करें, और क्योंकि तुहानूं जिहड़ा बेल आइकन जरूर दबाए ताकि तुहानूं हर वीडियो का जिहड़ा नोटिफिकेशन वो मिलता रहे। ओके जी, थैंक यू।